हाँ जी, अच्छा जी, ਜਿਹੜਾ ਅੱਜ ਰੋਸ ਮੁਜ਼ਾਹਰਾ ਹੋ ਰਿਹਾ ਜੀ ਸੰਗਤ ਵੱਲੋਂ, ਇਹਦਾ ਕੀ ਕਾਰਨ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। 25 ਤਰੀਕ ਨੂੰ ਜੀ ਅਸੀਂ ਇੱਥੇ ਮੀਟਿੰਗ ਕੀਤੀ ਸੀਗੀ ਸੰਗਤ ਦੀ ਰੂਪ ਦੇ ਵਿੱਚ ਸਾਰਿਆਂ ਨੇ, ਤੇ ਹਾਂਜੀ, ਤੇ ਉਹ ਮੀਟਿੰਗ 8 ਘੰਟੇ ਚੱਲੀ। ਗੁਰੂ ਸਾਹਿਬ ਦੀ ਕਿਰਪਾ ਨਾਲ ਵਧੀਆ ਮੀਟਿੰਗ ਚੱਲੀ। ਸਵਾਲ ਜਵਾਬ ਜਿਹੜੇ ਅਸੀਂ ਰੱਖੇ ਤੇ ਉਹਦਾ ਕੋਈ ਸਾਨੂੰ ਜਵਾਬ ਨਹੀਂ ਮਿਲਿਆ। ਸਾਰੇ ਜਾਇਜ਼ ਸਵਾਲ ਸੀਗੇ। ਤੇ ਅਗਲੇ ਦਿਨ ਸਾਨੂੰ ਜਵਾਬ ਇਹ ਮਿਲਿਆ, ਜਿਹੜੇ ਸਾਡੇ ਭਰਾ ਸਵੇਰੇ ਮਹਾਰਾਜ ਦੀ ਸੇਵਾ ਕਰਦੇ ਹੁੰਦੇ ਸੀਗੇ, ਆਪਣੇ 2 ਵਜੇ ਆ ਕੇ ਉਹਨਾਂ ਨੇ ਸੇਵਾ ਸ਼ੁਰੂ ਕਰਨੀ ਮਹਾਰਾਜ ਦੀ, ਤੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ, ਬੇਅੰਤ ਬਾਣੀਆਂ, ਵਾਹਿਗੁਰੂ ਦਾ ਸਿਮਰਨ, ਫਿਰ 5 ਵਜੇ ਮਹਾਰਾਜ ਪ੍ਰਕਾਸ਼ ਕਰਦੇ ਹੁੰਦੇ। ਉਸ ਤੋਂ ਬਾਅਦ ਨਿਤਨੇਮ, ਤੇ ਫਿਰ ਉਹ ਆਪਦੇ ਕੰਮਾਂ ਕਾਰਾਂ 'ਤੇ ਚੱਲ ਜਾਂਦੇ। 5-6 ਸਾਲਾਂ ਤੋਂ ਉਹ ਜਿਹੜੇ ਸਿੰਘ ਸੇਵਾ ਕਰਦੇ, 8 ਘੰਟਿਆਂ ਦੀ ਮੀਟਿੰਗ ਤੋਂ ਬਾਅਦ ਸਾਨੂੰ ਪਹਿਲਾ ਜਵਾਬ ਮਿਲਿਆ ਸੀ। ਉਹਨਾਂ ਨੂੰ ਸਵੇਰੇ ਪੁਲਿਸ ਸੱਦ ਕੇ ਤੇ ਆਪਣੇ ਟਰੱਸ ਪਾਸ ਦਿੱਤਾ ਜਾਂਦਾ ਜੀ, ਗੁਰੂ ਘਰ ਚੋਂ ਕੱਢਿਆ ਜਾਂਦਾ ਗੁਰਬਾਣੀ ਪੜ੍ਹਦਿਆਂ ਨੂੰ। ਤੇ ਉਸ ਤੋਂ ਬਾਅਦ ਅਸੀਂ ਜਿਹੜੇ 5 ਟਰੱਸਟੀ ਆ ਇਸ ਗੁਰੂ ਘਰ ਦੇ ਜੀ, ਉਹਦੇ ਵਿੱਚੋਂ 10 ਵੀ ਇੱਕ ਮੈਂਬਰ ਹੈ, ਰਣਜੀਤ ਸਿੰਘ ਦਾਸ ਦਾ ਨਾਂ ਹੈ ਜੀ, ਤੇ 4 ਟਰੱਸਟੀ ਜਿਹੜੇ ਹੋਰ ਅਸੀਂ ਰਲ ਕੇ ਮੀਟਿੰਗ ਕੀਤੀ ਵੀ ਭਾਈ ਇਹ ਗਲਤ ਹੋ ਰਿਹਾ ਆ ਤੇ ਇਹ ਟਰੱਸ ਪਾਸ ਨਹੀਂ ਦੇਣਾ ਚਾਹੀਦਾ ਜੀ। ਤੇ ਜਿਹੜੇ ਸੰਗਤ ਦੇ ਸਵਾਲ ਜਾਇਜ਼ ਆ, ਜੋ ਹਿਸਾਬ ਕਿਤਾਬ ਸੰਗਤ ਮੰਗ ਰਹੀ ਆ, ਉਹ ਦੇਣਾ ਬਣਦਾ ਆ। ਸੰਗਤ ਨੇ ਰਲ ਮਿਲ ਕੇ, ਸੰਗਤ ਦੇ ਸਿਰ ਦੇ ਉੱਤੇ ਹੀ ਗੁਰੂ ਘਰ ਬਣਿਆ ਆ, ਸੰਗਤ ਦਾ ਹੀ ਗੁਰੂ ਘਰ ਆ, ਤੇ ਆਪਾਂ ਨੂੰ ਇਹ ਚੀਜ਼ ਦਾ ਜਵਾਬ ਦੇਣਾ ਚਾਹੀਦਾ। ਪਰ ਉਹ ਚੀਜ਼ ਦਾ ਜਵਾਬ ਸਾਨੂੰ ਕੀ ਮਿਲਦਾ, ਮੈਨੂੰ ਤੇ ਅਵਤਾਰ ਅੰਕਲ ਨੂੰ, ਅਵਤਾਰ ਅੰਕਲ ਹਾਂਜੀ ਇੱਧਰ ਹੈ ਹਾਂਜੀ, ਇਹ ਅਵਤਾਰ ਅੰਕਲ ਜੀ ਹੈ ਜੀ। ਤੇ ਸਾਨੂੰ ਲੈਟਰ ਆਉਂਦੀ ਹੈ ਜੀ ਫਰਾਈਡੇ ਨੂੰ, ਇਹ ਜਵਾਬ ਮਿਲਦਾ ਕਿ ਤੁਸੀਂ ਟਰੱਸਟ ਦੇ ਵਿੱਚੋਂ ਬਾਹਰ ਹੋ, ਸਾਨੂੰ ਦੋਨੋਂ ਬਾਹਰ ਕੱਢ ਦਿੱਤੇ ਜਾਂਦੇ ਜੀ। ਤੇ ਉਹ ਸਾਰਾ ਸੰਗਤ ਨੂੰ ਰੋਸ ਹੈ ਉਹ ਚੀਜ਼ ਦਾ, ਉਹ ਰੋਸ ਤੁਸੀਂ ਦੇਖ ਰਹੇ ਹੋ ਇੱਥੇ। ਤੇ ਜਦੋਂ ਗੁੱਡਵੈਲ ਬਣਾਉਣੀ ਸੀ, ਲੋਨ ਕਰਾਉਣਾ ਸੀ, ਇਹਨਾਂ ਦੀਆਂ 7 ਪ੍ਰਾਪਰਟੀਆਂ ਲੱਗੀਆਂ ਹੈ ਜੀ, ਤੇ ਇਹ ਆਪ ਵੀ ਦੱਸ ਦਿੰਦੇ ਆ ਜੀ ਜੋ ਇਹਨਾਂ ਦੀ ਫੀਲਿੰਗ ਹੈ ਇਸ ਟਾਈਮ। ਬਾਕੀ ਫੀਲਿੰਗ ਤੁਸੀਂ ਸੰਗਤ ਦੀ ਦੇਖ ਰਹੇ ਭਾਵਨਾ। ਅੱਛਾ ਵੀਰ ਜੀ, ਪਹਿਲਾਂ ਇਹ ਦੱਸੋ ਕਿ ਸਵਾਲ ਕੀ ਸੀਗੇ, ਕਿਉਂਕਿ ਇਹ ਕਲੀਅਰ ਨਹੀਂ ਹੋ ਰਿਹਾ ਵੀ ਜਿਹੜਾ ਰੋਸ ਮੁਜ਼ਾਹਰਾ ਆ, ਸਵਾਲ ਤੁਹਾਡੇ ਕੀ ਸੀਗੇ ਜਿਨ੍ਹਾਂ ਤੋਂ ਜਿਹੜੀ ਮੈਨੇਜਮੈਂਟ ਕਮੇਟੀ ਉਹ ਭੱਜੀ ਹੈ? ਉਹ ਸਵਾਲ ਦੱਸੋ ਸਾਨੂੰ ਕੀ ਹੈ। ਸਵਾਲ ਸੀ ਗੋਲਕ ਦਾ ਹਿਸਾਬ ਕਿਤਾਬ ਦਿਓ ਜੀ, ਜਿਹੜਾ 2.5 ਤੋਂ 3 ਕਿਲੋ ਸੋਨਾ ਦਿੱਤਾ ਸੰਗਤ ਨੇ ਗੁਰੂ ਘਰ ਦੇ ਲਈ, ਉਹਦਾ ਹਿਸਾਬ ਕਿਤਾਬ ਦਿਓ ਜੀ। ਤੇ ਜਿਹੜਾ ਕੈਸ਼ ਪਰਿਵਾਰਾਂ ਨੇ ਦਿੱਤਾ ਉਹਦਾ ਹਿਸਾਬ ਕਿਤਾਬ ਦਿਓ ਜੀ। ਤੇ ਜਿਹੜੀ ਬੈਂਕ ਸਟੇਟਮੈਂਟ ਆ ਸਾਨੂੰ ਉਹ ਦਿਓ ਜੀ। ਤੇ ਕਿੰਨਾ ਪੈਸਾ ਉਹਦਾ ਕਿੱਥੇ ਖਰਚ ਹੁੰਦਾ ਉਹ ਸਾਰਾ ਸਾਨੂੰ ਦੱਸੋ। ਉਸ ਦਾ ਜਵਾਬ ਸਾਨੂੰ ਟਰੱਸਟ ਉਹ ਅਸੀਂ ਮੰਗਦੇ ਸੀਗੇ। ਅਸੀਂ ਸਾਰੇ ਬੰਨੇ ਇਹਦੇ ਨਾਲ ਸੀਗੇ। ਅਸੀਂ ਕਦੀ ਵੀ ਪਿਛਲੇ 13 ਸਾਲਾਂ ਤੋਂ ਅਸੀਂ ਇਹਦੇ ਨਾਲ ਜੁੜੇ ਹਾਂ। 13 ਸਾਲਾਂ ਤੋਂ ਜੇ ਤੇ ਖੁਸ਼ਪ੍ਰੀਤ ਸਿੰਘ, ਭੈਣ ਜੀ ਸੁਖਮੀਨ ਕੌਰ ਔਰ ਅਸੀਂ ਸੀਗੇ। ਇਹ ਸਭ ਤੋਂ ਪਹਿਲਾਂ ਸੀਗੇ ਜਿਹੜੇ 5 ਅਸੀਂ ਜੁੜੇ ਹਾਂ। ਫਿਰ ਇਹਨਾਂ ਨੇ ਸਾਨੂੰ ਨਾਲ ਜੋੜ ਕੇ ਫਿਰ ਆਹ ਗੁਰਦੁਆਰਾ ਦਾ ਲੈ ਲਿਆ, ਔਰ ਮੁੜ ਕੇ ਇਸ ਗੁਰਦੁਆਰੇ ਗੁੱਡਵੈਲੀ ਇਹਨਾਂ ਨੂੰ ਪ੍ਰਾਪਰਟੀਆਂ ਚਾਹੀਦੀਆਂ ਸੀਗੀਆਂ ਕਿ ਕੋਈ ਲੋਨ ਨਹੀਂ ਪਾਸ ਹੋ ਰਿਹਾ ਸੀ। ਦਾਸ ਦੀਆਂ, ਮੇਰਾ ਨਾਮ ਅਵਤਾਰ ਸਿੰਘ ਆ, ਟਰੱਸਟੀ ਸੀ ਮੈਂ, ਔਰ ਸਾਡੀਆਂ 7 ਪ੍ਰਾਪਰਟੀਆਂ ਨੇ ਨਾਲ ਲਵਾਈਆਂ, 6 ਜਾਂ 7 ਪ੍ਰਾਪਰਟੀਆਂ ਸਾਡੀਆਂ ਇਸ ਗੁਰਦੁਆਰੇ ਘਰ ਦੇ ਨਾਲ ਲਵਾਈਆਂ ਕਿ ਤਾਂ ਕਿ ਲੋਨ ਪਾਸ ਹੋ ਜਾਵੇ। ਉਸ ਤੋਂ ਬਾਅਦ ਦਾਸ ਚੱਲਦਾ ਰਿਹਾ। ਪਰ ਜਦੋਂ ਹੁਣ ਪਹਿਲਾਂ ਤਾਂ ਦਾਸ ਨੂੰ ਦੱਸਿਆ ਹੀ ਨਹੀਂ ਗਿਆ। ਸਾਡੀ ਸਾਰੀ ਫੈਮਿਲੀ ਇੱਥੇ ਹੀ ਆ 14 ਸਾਲ ਤੋਂ ਹੀ, ਔਰ ਸਾਰੀ ਸੰਗਤ ਨੇ ਸਾਨੂੰ ਅਪਰੋਚ ਕੀਤੀ ਵੀ ਆਹ ਇੱਥੇ ਹੋ ਰਿਹਾ, ਸਾਨੂੰ ਹਿਸਾਬ ਦਿਓ, ਤੁਸੀਂ ਟਰੱਸਟੀ ਆ, ਸਾਨੂੰ ਦੱਸੋ। ਜਦੋਂ ਅਸੀਂ ਇਹਦੇ ਵੱਲ ਆਉਂਦੇ ਸੀਗੇ, ਅਸੀਂ 5 ਜਾਣੇ 4 ਜਾਣੇ, ਇਹ ਕਹਿੰਦਾ ਤੁਸੀਂ ਉਹਨਾਂ ਦੀ ਗੱਲ ਕਰਦੇ ਆ। ਜਦੋਂ ਉਹਨਾਂ ਨਾਲ ਜਾਂਦੇ ਕਹਿੰਦੇ ਤੁਸੀਂ ਗੁਰਿੰਦਰ ਸਿੰਘ ਸਾਡੇ ਕੋਲ ਗੱਲ ਲੈ ਕੇ ਆਉਣੀ। ਅਸੀਂ ਕਿਹਾ ਅਸੀਂ ਕਿਸੇ ਦੀ ਗੱਲ ਨਹੀਂ ਕਰਦੇ, ਅਸੀਂ ਸੰਗਤ ਦੀ ਗੱਲ ਕਰਦੇ ਹਾਂ, ਗੁਰੂ ਦੀ ਗੱਲ ਕਰਦੇ ਹਾਂ। ਅਸੀਂ ਕਿਹਾ ਭਾਈ ਸਾਹਿਬ ਲਾਸਟ ਸੰਡੇ ਨੂੰ ਸਾਡੀ ਮੀਟਿੰਗ ਹੋਈ ਇਹਦੇ ਨਾਲ 4 ਟਰੱਸਟੀਆਂ ਦੀ। ਅਸੀਂ ਕਿਹਾ ਭਾਈ ਸਾਹਿਬ ਤੁਸੀਂ ਉਹ ਜਿਹੜੇ ਸੰਗਤ ਮੰਗ ਰਹੀ ਆ ਉਹਨਾਂ ਨੂੰ ਹਿਸਾਬ ਦੇ ਦਿਓ, ਫਾਈਨੈਂਸ ਦੇ ਦਿਓ ਵੀ ਆਹ ਹਿਸਾਬ ਆ, ਆਹ ਪੈਸਾ ਆਇਆ, ਆਹ ਪੈਸਾ ਗਿਆ। ਕਹਿੰਦਾ ਮੈਂ ਨਹੀਂ ਹਿਸਾਬ ਦੇਣਾ। ਅਸੀਂ ਕਿਹਾ ਆਹ ਤਾਂ ਕੋਈ ਗੱਲ ਵੀ ਨਹੀਂ ਗੀ, ਇਹੀ ਸਾਡਾ ਮੁੱਦਾ ਹੀ ਹੈਗਾ। ਇਹ ਤਾਂ ਕੋਈ ਗੱਲ ਹੀ ਨਹੀਂ ਕਿ ਤੁਸੀਂ ਕਹਿੰਦੇ ਹਿਸਾਬ ਨਹੀਂ ਦੇਣਾ। ਸੰਗਤ ਹਿਸਾਬ ਮੰਗਦੀ ਆ, ਤੁਸੀਂ ਉਹਨਾਂ ਨੂੰ ਹਿਸਾਬ ਦੇ ਦਿਓ, ਠੀਕ ਹੈ ਨਾ ਜੀ। ਹਿਸਾਬ ਮੰਗ ਰਿਹਾ, ਦੱਸ ਦਿਓ ਵੀ ਆਹ ਪੈਸਾ ਆਇਆ। ਕਹਿੰਦਾ ਇੱਦਾਂ ਗੁਰਦੁਆਰੇ ਨਹੀਂ ਚੱਲਦੇ ਹੁੰਦੇ। ਅਸੀਂ ਕਿਹਾ ਇੱਦਾਂ ਫਿਰ ਸੰਗਤ ਹੀ ਕਰ ਰਹੇ, ਵਿੱਚੋਂ ਹੀ ਸੰਗਤ ਆ ਜਿਹਨਾਂ ਨੇ ਪੈਸੇ ਦਿੱਤੇ ਆ, ਉਹ ਸਿਰਫ ਇਹ ਮੰਗ ਰਹੇ, ਕੁਛ ਨਹੀਂ ਹਿਸਾਬ ਮੰਗ ਰਹੇ। ਉਹ ਕਹਿ ਰਹੇ ਸਾਨੂੰ ਸਟੇਟਮੈਂਟ ਦੇ ਦਿਓ ਕਿੰਨੇ ਪੈਸੇ ਆਉਂਦੇ ਆ, ਕਿੱਥੇ ਖਰਚੇ ਕਰਦੇ ਆ। ਕਹਿੰਦਾ ਮੈਂ ਹਿਸਾਬ ਨਹੀਂ ਦੇਣਾ। ਆਹ ਦਾਸ ਨੂੰ ਕਰਕੇ ਦੂਜੇ ਦਿਨ ਆਹ ਮੇਰਾ ਕਸੂਰ ਆ, ਮੈਨੂੰ ਬਿਨਾਂ ਰੀਜ਼ਨ ਤੋਂ ਮੈਨੂੰ ਰੀਜ਼ਨ ਨਹੀਂ ਦੱਸਿਆ ਗਿਆ, ਔਰ ਇਹਨੇ ਮੈਨੂੰ ਈਮੇਲ ਵੀ ਕੀਤੀ। ਇਹ ਰਣਜੀਤ ਸਿੰਘ ਨੂੰ ਈਮੇਲ ਕਰਤੀ ਆ ਕਿ ਤੁਸੀਂ ਅਵਤਾਰ ਸਿੰਘ ਔਰ ਰਣਜੀਤ ਸਿੰਘ ਮੈਂ ਟਰੱਸਟੀ ਤੋਂ ਆਊਟ ਕਰਤੇ। ਇਹਦੇ 'ਚ ਮੈਂ ਕੀ ਗਲਤ ਕੀਤਾ, ਉਹ ਕੀ ਸਹੀ ਕੀਤਾ, ਇਹ ਆਪ ਜੀ ਸੰਗਤ ਜਾਣਦੇ ਜੀ। ਸੋ ਜਦੋਂ ਤੁਹਾਨੂੰ ਬਾਹਰ ਕੀਤਾ ਗਿਆ, ਤੁਹਾਨੂੰ ਨੋਟਿਸ ਮਿਲੇ, ਤੁਸੀਂ ਕੋਈ ਕੋਸ਼ਿਸ਼ ਕੀਤੀ ਕਿ ਇੰਟਰਨਲ ਅਫੇਅਰਸ ਦੇ ਨਾਲ ਕੋਆਰਡੀਨੇਟ ਕਰੀਏ ਪ੍ਰੋਪਰ ਤਰੀਕੇ ਦੇ ਨਾਲ ਇਸ ਚੀਜ਼ ਨੂੰ, ਕਿਉਂਕਿ ਇੱਥੇ ਅਸੀਂ ਜਿਹੜੇ ਦੇਸ਼ ਦੇ ਵਿੱਚ ਬੈਠੇ ਹਾਂ ਸਾਰੇ ਸਿਸਟਮ ਇਨ ਪਲੇਸ ਨੇ। ਤੁਸੀਂ ਟਰਾਈ ਕੀਤਾ ਕਿ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਅਪਰੋਚ ਕੀਤਾ ਜਾਏ ਕਿ ਸਾਨੂੰ ਬਿਨਾਂ ਕਾਰਨ ਦੱਸਿਆ ਬਾਹਰ ਕੀਤਾ ਗਿਆ, ਜਾਂ ਸਾਰੀਆਂ ਪਾਵਰਸ ਉਹਨਾਂ ਦੇ ਕੋਲ ਸੀ? ਦੇਖੋ ਜੀ, ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਸਾਡੇ ਕੋਲ ਕੀ ਰਾਈਟਸ ਹੈਗੇ ਨੇ।
ਤੇ ਪਰ ਅਸੀਂ ਮੰਡੇ ਤੋਂ ਅਪਰੋਚ ਕਰਾਂਗੇ ਲੋਇਰ ਦੇ ਥਰੂ ਵੀ ਸਾਨੂੰ ਦੱਸਿਆ ਜਾਵੇ ਸਾਡਾ ਕਸੂਰ ਕੀ ਆ ਵੀ ਸਾਨੂੰ ਕਿਉਂ ਕੱਢਿਆ ਗਿਆ। ਅਸੀਂ ਇਹ ਅਪਰੋਚ ਕਰਾਂਗੇ ਜੀ ਲੋਇਰ ਦੇ ਥਰੂ। ਤੇ ਅੱਛਾ, ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ 7 ਪ੍ਰਾਪਰਟੀਆਂ ਜਿਹੜੀਆਂ ਜਾਂ ਹੋਰ ਵੀ ਜਿਹੜੀ ਗੁਰਦੁਆਰਾ ਸਾਹਿਬ ਜਦੋਂ ਸੁਸ਼ੋਭਿਤ ਹੋਏ ਨੇ ਉਦੋਂ ਤੁਸੀਂ ਦਿੱਤੀਆਂ ਨੇ, ਉਹਦੀ ਕੋਈ ਲਿਖਤ ਪੜਤ ਹੈ? ਉਹਦੇ 'ਚ ਤੁਹਾਡਾ ਨਾਮ ਬੋਲਦਾ ਹਜੇ ਵੀ? ਕੋਈ ਹੈਗਾ ਜੀ, ਅਸੀਂ ਤਾਂ ਸਾਈਨ ਕੀਤੇ ਆ ਜੀ। ਮੇਰਾ ਪ੍ਰਾਪਰਟੀਆਂ ਦੇ ਜਿੱਦਾਂ ਸਾਈਨ ਕੀਤੇ ਕਹਾ ਸਾਡੇ ਕੋਲ ਪ੍ਰਾਪਰਟੀਆਂ ਹੈਗੀਆਂ ਲੋਨ ਪਾਸ ਕਰਾਉਣ ਲਈ। ਠੀਕ ਹੈ। ਹਾਂਜੀ। ਤੇ ਉਹ ਹੁਣ ਜਿਹੜੀਆਂ ਸਾਰੀਆਂ ਇਹਨਾਂ ਕੋਲ ਪ੍ਰਾਪਰਟੀਆਂ ਹੈਗੀਆਂ। ਜਿਹੜੀਆਂ ਹੁਣ ਪ੍ਰਾਪਰਟੀਆਂ ਗੁਰਦੁਆਰਾ ਸਾਹਿਬ ਦਾ ਨਾਮ ਹੈ? ਨਹੀਂ ਜੀ, ਗੁਰਦੁਆਰੇ ਨਾਂ ਨਹੀਂ, ਸਿਰਫ ਲੋਨ ਪਾਸ ਕਰਾਉਣ ਲਈ pass ਸੀਗੀਆਂ। ਕਰਾਉਣ ਉਹ ਲਈ। ਕੀ ਡਾਕੂਮੈਂਟ ਆ ਇਹ As a guarantor। ਗੁਰਿੰਦਰ ਸਿੰਘ ਨੂੰ ਪਤਾ। ਹਾਂਜੀ ਠੀਕ ਹੈ ਜੀ। ਹਾਂਜੀ। ਤੇ ਬਾਕੀ ਅਸੀਂ ਇਹੀ ਬੇਨਤੀ ਕੀਤੀ ਸੀ ਕਿ ਆਹ ਤੁਸੀਂ ਹਿਸਾਬ ਦੇ ਦਿਓ, ਆਹ ਕਰ ਦਿਓ। ਉਹਦੇ ਬਾਅਦ ਇਹਨੇ ਕੱਢਤਾ ਔਰ ਉਹਦੇ ਸਾਨੂੰ ਅਸੀਂ ਤਾਂ ਇਹੀ ਸੋਚਦੇ ਰਹੇ ਕਿ ਅਸੀਂ ਵੀ ਬਰਾਬਰ ਦੇ ਹੈਗੇ ਟਰਸਟੀ, ਸਾਨੂੰ ਪੁੱਛੂਗਾ। ਪਰ ਉੱਤੇ ਸਾਫ਼-ਸਾਫ਼ ਲਿਖਿਆ ਕਿ ਜਦੋਂ ਮਰਜ਼ੀ ਅਸੀਂ ਇਹਨੂੰ ਕੱਢ ਸਕਦਾ ਮੈਂ ਗੁਰਿੰਦਰਪਾਲ, ਔਰ ਜਦੋਂ ਮਰਜ਼ੀ ਬਿਨਾਂ ਰੀਜ਼ਨ ਦੱਸੇ ਮੈਂ ਕੱਢ ਸਕਦਾ। ਸੋ ਜਦੋਂ ਇਹ ਮੈਨੇਜਮੈਂਟ ਬਣੀ ਹੈ, ਟਰਸਟ ਬਣੀ ਹੈ, ਉਦੋਂ ਤੁਸੀਂ ਜਿਹੜੀ ਆ ਲਿਖਤ ਪੜਤ ਜਾਂ ਪੇਪਰ ਵਰਕ ਨਹੀਂ ਦੇਖਿਆ ਸੀ? ਨਹੀਂ ਜੀ, ਅਸੀਂ ਕਿਸੇ ਨੇ ਦੇਖਿਆ ਸਾਈਨ ਨਹੀਂ ਕੀਤੇ ਆ ਜੀ। ਅਸੀਂ ਬਹੁਤ ਫੇਸ ਸੀ ਬੜੀ ਸਾਡੇ planning ਦੇ ਨਾਲ ਸਿੱਖ ਸੰਗਤ ਦੇ ਹਿਸਾਬ ਨਾਲ ਕਿ ਅਸੀਂ ਸੰਗਤ ਨਾਲ ਜੁੜੇ ਆ, ਅਸੀਂ ਗੁਰੂ ਸਾਹਿਬ ਲਈ ਕਰ ਰਹੇ ਆ ਸਾਰਾ ਕੁਝ। ਦਾਸ ਨੇ ਉਦੋਂ ਵੀ ਜਦੋਂ ਮੀਟਿੰਗ ਹੋਈ ਹੈ ਇਹੀ ਕਿਹਾ ਕਿ ਅਸੀਂ ਕਿਸੇ ਇੱਕ ਬੰਦੇ ਨਾਲ ਨਹੀਂ ਜੁੜੇ, ਗੁਰੂ ਦੀ ਸੰਗਤ ਨਾਲ ਜੁੜੇ ਆ। ਸੋ ਵੈਸੇ ਜਦੋਂ ਵੀ ਜਿਹੜੀ ਵੀ ਟਰਸਟ ਬਣਦੀ ਹੈ ਉਹਨਾਂ ਦੀ ਜਿਹੜੀ ਏਜੀਐਮ ਹੁੰਦੀ ਆ ਜਾਂ ਉਹਨਾਂ ਦੀ ਫਿਰ ਜਿਹੜੀ ਆਡਿਟ ਹੁੰਦੀ ਆ, ਸੋ ਜਦੋਂ ਤੋਂ ਗੁਰਦੁਆਰਾ ਸਾਹਿਬ ਬਣੇ ਆ ਇਹ ਕਦੇ ਵੀ ਆਡਿਟ ਨਹੀਂ ਹੋਈ, ਕਦੇ ਵੀ ਫਾਈਨੈਂਸ ਦੀ? ਕਿੰਨਾ ਚਿਰ ਹੋ ਗਿਆ ਗੁਰਦੁਆਰਾ ਸਾਹਿਬ ਬਣੇ ਨੂੰ? ਜਦੋਂ ਦੇ ਅਸੀਂ ਨਾਲ ਆ ਅੱਜ ਤੱਕ ਕੋਈ ਵੀ ਮਿੰਟਸ ਨਹੀਂ ਲਿਖੇ ਗਏ, ਕੋਈ ਵੀ ਸਾਨੂੰ ਦੱਸਿਆ ਨਹੀਂ ਗਿਆ ਕੀ ਆ ਰਿਹਾ ਕੀ ਗਿਆ। ਬਸ ਇਹੀ ਕਹਿ ਰਿਹਾ ਕਿ ਪੈਸਾ ਲੈ ਆਓ, ਪੈਸਾ ਲੈ ਆਓ, ਪੈਸਾ ਲੈ ਆਓ। ਤੇ ਇਸ ਤੋਂ ਬਾਅਦ ਅੱਜ ਤੱਕ ਕਦੇ ਵੀ ਇਹਨੇ ਮਿੰਟਸ ਨਹੀਂ ਪੜ੍ਹੇ, ਨਾ ਸਾਨੂੰ ਦੱਸਿਆ ਗਿਆ ਕੁਝ ਵੀ। ਤੇ ਜਦੋਂ ਤੁਹਾਡੇ ਸਾਈਨ ਵਗੈਰਾ ਕਰਵਾਏ ਜਾਂਦੇ ਸੀ, ਕੋਈ ਵੀ ਚੀਜ਼ ਪਾਸ ਹੁੰਦੀ ਸੀ ਤੇ ਤੁਸੀਂ ਉਦੋਂ ਬਿਨਾਂ ਪੜ੍ਹੇ ਸਾਈਨ ਕਰ ਦਿੰਦੇ ਸੀ? ਨਹੀਂ ਜੀ, ਦੇਖੋ ਇਹ ਕੀ ਹੋਇਆ ਜਦੋਂ ਇਹ ਟਰਸਟ ਬਣੀ 2015 ਦੇ ਵਿੱਚ ਜੀ। ਸਾਨੂੰ ਜੀਪੀ ਦੇ ਕੋਲ ਸੱਦਿਆ ਜਾਂਦਾ ਜੀ। ਅੱਛਾ। ਸਾਰੀ ਡੀਟ ਤਿਆਰ ਹੈ ਜੀ, ਉੱਥੇ ਸਿਰਫ ਸਾਈਨ ਹੀ ਕਰਾਏ ਜਾਂਦੇ ਆ। ਬੜੇ ਪਲੈਨਿੰਗ ਦੇ ਨਾਲ ਸਾਨੂੰ ਅਸੀਂ ਵਿਸ਼ਵਾਸ ਸੀ ਕਿਉਂਕਿ ਅਸੀਂ ਇਹਦੇ ਨਾਲ ਪ੍ਰਚਾਰ ਤੇ ਜਾਂਦੇ ਹੁੰਦੇ ਸੀ। ਜਿਹੜੇ ਸਟੂਡੈਂਟ ਵੀਰ ਆ ਜਾਂ ਯੰਗ ਵੀਰ ਆ ਉਹਨਾਂ ਨੂੰ ਜਾ ਕੇ ਨਸ਼ਿਆਂ ਤੋਂ ਛੁਡਾਉਣਾ, ਚੰਗੇ ਕੰਮ, ਉਹ ਚੰਗੀਆਂ ਚੀਜ਼ਾਂ ਦੇਖ ਕੇ ਅਸੀਂ ਵਿਸ਼ਵਾਸ ਕੀਤਾ ਤੇ ਸਾਡੇ ਵਿਸ਼ਵਾਸ ਅਸੀਂ ਜਦੋਂ ਫੇ ਆ ਜਿਹੜੇ ਘਪਲੇ ਸਾਹਮਣੇ ਆਏ ਤੇ ਫਿਰ ਉਹ ਅਸੀਂ ਹੁਣ ਟਰਸਟ ਡੀਡ ਸਾਹਮਣੇ ਲੈ ਕੇ ਆਂਦੀ ਤੇ ਪੜ੍ਹੀ ਤੇ ਅਸੀਂ ਸਰਪ੍ਰਾਈਜ਼ ਸੀ ਕਿ ਉਹਦੇ ਵਿੱਚ ਸਾਨੂੰ ਇਹਨੇ ਕਿੰਨਾ ਲਾਈਕ ਇਹਦੇ ਅੰਦਰ ਕੀ ਆ, ਮੈਲ ਕਿੰਨੀ ਆ ਵੀ ਲਾਈਕ ਉਹਦੇ ਵਿੱਚ ਕਲੀਅਰ ਲਿਖਿਆ ਹੋਇਆ ਕਿ ਆਈ ਕੈਨ ਰਿਮੂਵ ਐਨੀ ਟਰਸਟੀ ਵਿਦਆਊਟ ਰੀਜ਼ਨ ਐਨੀ ਟਾਈਮ, ਹੈ ਨਾ। ਸੋ ਮੈਨੂੰ ਲੱਗਦਾ ਜਦੋਂ ਅਸੀਂ ਕਿਸੇ ਵੀ ਧਾਰਮਿਕ ਸਥਾਨ ਨਾਲ ਜੁੜਦੇ ਹਾਂ ਤੇ ਬਹੁਤ ਜ਼ਿਆਦਾ ਆਸਥਾ ਸਾਡੀ ਜੁੜੀ ਹੁੰਦੀ ਹੈ। ਸੋ ਇਸ ਕੇਸ ਦੇ ਵਿੱਚ ਇਸ ਤਰ੍ਹਾਂ ਦਾ ਸਾਨੂੰ ਕੁਝ ਕਾਫੀ ਦੇਖਣ ਨੂੰ ਮਿਲ ਰਿਹਾ। ਜਿਹੜੇ ਤੁਹਾਡੇ ਸਵਾਲ ਨੇ ਇਹਨਾਂ ਦੇ ਵਿੱਚ ਕਾਫੀ ਕੁਝ ਚੀਜ਼ਾਂ ਜਿਹੜੀਆਂ ਮੈਂਸ਼ਨ ਕੀਤੀਆਂ ਨੇ, ਜਿਵੇਂ ਗੱਦੀ ਲਾਉਂਦੇ ਨੇ ਜਾਂ ਕੁਝ, ਸੋ ਉਹਨਾਂ ਨੂੰ ਸਾਡੀ ਟੀਮ ਨੇ ਜਦੋਂ ਅਪਰੋਚ ਕੀਤੀ ਉਹਨਾਂ ਨੇ ਕਿਹਾ ਜੀ ਮੇਰਾ ਸਪਸ਼ਟੀਕਰਨ ਜਿਹੜਾ ਮੈਂ ਫੇਸਬੁੱਕ ਪੇਜ ਤੇ ਪਾ ਦਿੱਤਾ ਹੈ ਤੇ ਮੈਂ ਕੋਈ ਸਪਸ਼ਟੀਕਰਨ ਦੇਣਾ ਨਹੀਂ ਮੀਡੀਆ ਦੇ ਵਿੱਚ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਇਹ ਤੁਸੀਂ ਕਦੋਂ ਤੋਂ ਨੋਟਿਸ ਕਰਨੀਆਂ ਸ਼ੁਰੂ ਕੀਤੀਆਂ ਜਾਂ ਸ਼ੁਰੂ ਤੋਂ ਹੀ ਇਦਾਂ ਚੱਲ ਰਿਹਾ ਸੀ? ਦੇਖੋ ਜੀ, ਸ਼ੁਰੂ ਤੋਂ ਸਹੀ ਸੀਗਾ। ਅੱਛਾ। ਇਹ ਮਾਤਾ ਗੁਜਰੀ ਜੀ ਤੋਂ ਸ਼ੁਰੂ ਹੋਇਆ ਜੀ। ਇਹਨਾਂ ਨੇ ਮਾਤਾ ਗੁਜਰੀ ਜੀ ਦੀ ਕਥਾ ਕੀਤੀ ਸੀਗੀ। ਅੱਛਾ ਜੀ। ਤੇ ਉਹ ਉੱਥੇ ਅਸੀਂ ਫਿਰ ਇਹਦਾ ਵਿਰੋਧ ਕੀਤਾ ਸੀ। ਆਹ ਸਿੰਘ ਵੀ ਉਹਦਾ ਪਾਠ ਸੀਗਾ ਜੀ ਵੀ ਇਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀਗਾ ਜੀ। ਇਹਨਾਂ ਨੇ ਕਥਾ ਕੀਤੀ ਦੂਨਾ ਸਿੰਘ ਹਠੂਰੀਏ ਦੇ ਗ੍ਰੰਥ ਦੀ, ਜੋ ਕਿ ਵੀ ਜੇ ਆਪਾਂ ਦੇਖੀਏ ਤਾਂ ਤੇ ਸ਼ਰੇਆਮ ਇਦਾਂ ਲੱਗਦਾ ਵੀ ਮਾਤਾ ਜੀ ਝੂਠ ਬੋਲ ਰਹੇ ਨੇ ਤਾਂ ਜਾਂ ਮਾਤਾ ਜੀ ਨੇ ਹੀਰਾ ਚ ਆਤਮ ਹੱਤਿਆ ਕੀਤੀ ਆ। ਤੇ ਅਸੀਂ ਇਹਨਾਂ ਵਿਚਾਰ ਕੀਤੀ ਵੀ ਤੁਸੀਂ ਆ ਸਾਰੀ ਸੰਗਤ ਹੈ ਇਹ ਗੁਰੂ ਦੇ ਪਿਆਰ ਵਾਲੀ ਆ, ਤੁਸੀਂ ਇਹ ਕਥਾ ਕਿੱਦਾਂ ਕਰਤੀ ਬਿਨਾ ਪੜ੍ਹੇ ਜਾਂ ਸੰਗਤ ਤੋਂ ਬਿਨਾ ਸਮਝੇ, ਹਨਾ। ਸੰਗਤ ਨਾਲ ਵਿਚਾਰ ਕਰਦੇ ਸੰਗਤ ਜੀ ਆਹ ਗ੍ਰੰਥ ਆਪਾਂ ਨੂੰ ਨਵਾਂ ਲੱਭਾ, ਆਪਾਂ ਇੱਥੇ ਵਿਚਾਰ ਕਰਕੇ ਫਿਰ ਆਪਾਂ ਕਥਾ ਕਰਾਂਗੇ, ਹਨਾ। ਇਹਨਾਂ ਨੇ ਕੁਛ ਨਹੀਂ ਕੀਤਾ। ਜਦੋਂ ਅਸੀਂ ਕਥਾ ਸੁਣੀ ਤਾਂ ਸਾਨੂੰ ਬਹੁਤ ਦੁੱਖ ਹੋਇਆ ਜੀ ਮਾਤਾ ਜੀ ਇੱਦਾਂ ਥੋੜ੍ਹੀ ਕਰ ਸਕਦੇ ਆ। ਤੇ ਮਾਤਾ ਗੁਜਰੀ ਜੀ ਤੇ ਅਸੀਂ ਇਹਦੇ ਨਾਲ ਵਿਚਾਰ ਕਰਨ ਲਈ ਬੈਠੇ। ਇੱਥੇ ਇੱਕ ਗਿਆਨੀ ਗੁਰਲਾਲ ਸਿੰਘ ਜੀ ਆਏ ਸੀਗੇ, ਉਹ ਵੀ ਵਿੱਚ ਬੋਲ ਸਕਦੇ ਨੇ, ਉਹਨਾਂ ਨੂੰ ਕਾਫੀ ਪਤਾ ਕਿਉਂਕਿ ਉਹਨਾਂ ਨੇ ਗ੍ਰੰਥਾਂ ਦੀ ਪੜਚੋਲ ਕੀਤੀ ਆ। ਤੇ ਅਸੀਂ ਇੱਥੇ ਪਿੱਛੇ ਆ ਕੇ ਬੈਠੇ ਤੇ ਇਹ ਪਹਿਲਾਂ ਤਾਂ ਸਾਡੇ ਤੇ ਆ ਕੇ ਬਹੁਤ ਔਖਾ ਆ ਵੀ ਤੁਸੀਂ ਪਹਿਲੇ ਬੰਦੇ ਆ ਵੀ ਜੇ ਸੰਗਤ ਮੈਨੂੰ ਸਵਾਲ ਕੀਤਾ, ਅਸੀਂ ਤੁਹਾਡਾ ਸਵਾਲ ਗਲਤ, ਅਸੀਂ ਤੁਸੀਂ ਜੋ ਕਥਾ ਕੀਤੀ ਗਲਤ ਕੀਤੀ ਆ। ਤੇ ਇਹਨਾਂ ਨੂੰ ਕਹਿੰਦਾ ਵੀ ਤੁਹਾਡੇ ਤੇ ਜੰਮੀ ਤੁਸੀਂ ਇਹਦੇ ਪਿੱਛੇ ਲੱਗ ਗਏ, ਮੇਰੇ ਵੱਲੋਂ ਕਹਿੰਦੇ ਵੀ ਤੁਸੀਂ ਇਹਦੇ ਪਿੱਛੇ ਲੱਗ ਕੇ ਆਏ ਆ, ਇਦਾਂ ਕੀਤਾ, ਹਨਾ ਜੀ। ਤਾਂ ਅਸੀਂ ਫਿਰ ਜਦੋਂ ਕਥਾ ਕਰਦੇ ਕਰਦੇ ਅਸੀਂ ਹੈ ਵੀ ਦੇਖੋ ਤੁਸੀਂ ਕਥਾ ਕੀਤੀ ਆ, ਤੁਸੀਂ ਮੰਨ ਲਓ ਗਲਤ ਕਰਤੀ ਆ। ਤੇ ਕਹਿੰਦਾ ਵੀ ਫਿਰ ਗੁਰੂ ਸਾਹਿਬ ਜੀ ਦੀ ਬਾਣੀ ਦੇ ਅਰਥ ਗਲਤ ਕਰ ਗਿਆ ਜੀ, ਆਪਣੀ ਇੱਕ ਗਲਤੀ ਲੁਕਾਉਣ ਲਈ। ਹਾਲ ਮੁਰੀਦਾਂ ਦਾ ਸ਼ਬਦ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਤੇ ਕਹਿੰਦਾ ਉੱਚ ਤੇ ਵਾਹਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੇ ਤਾਨੇ ਮਾਰੇ ਆ। ਅਸੀਂ ਇਹ ਦੱਸੋ ਕਿੱਦਾਂ ਤਾਨੇ ਮਾਰੇ ਆ? ਉੱਚ ਤੇ ਮਾਰੇ, ਇੰਨੀ ਬੇਨਤੀ ਪਿਆਰ ਰੂਪ ਕਰ ਰਹੇ, ਤੁਸੀਂ ਕਹਿੰਦੇ ਤਾਨੇ ਮਾਰ ਰਹੇ ਆ। ਕੋਈ ਗੱਲ ਨਹੀਂ ਕੀਤੀ ਜੀ। ਮੈਂ ਉੱਥੋਂ ਫਿਰ ਮੈਂ ਚੱਲ ਗਿਆ ਵਾਪਸ ਉੱਠ ਕੇ ਵੀ ਇਹ ਬੰਦੇ ਨਾਲ ਤਾਂ ਕੋਈ ਵਿਚਾਰ ਕਰਨ ਦਾ ਫਾਇਦਾ ਹੀ ਨਹੀਂ। ਤੇ ਬਾਕੀ ਸਾਰੇ ਸਿੰਘਾਂ ਨੂੰ ਕਹਿੰਦਾ ਜੀ ਆਏ ਇਹ ਵਿਚਾਰ ਕਰਨ, ਰੋ ਕੇ ਭੱਜ ਗਏ। ਤੇ ਇੰਨਾ ਸਿੰਘਾਂ ਨੂੰ ਝੂਠ ਬੋਲਦਾ ਇਹ ਬੰਦਾ, ਐਡਾ ਝੂਠਾ ਹੀ ਕੋਈ ਹਿਸਾਬ ਹੀ ਨਹੀਂ।
ਤੇ ਫਿਰ ਇਹਨੇ ਅਮਰ ਸੰਚਾਰ ਦੀ ਜਿਹੜੀ ਮਰਿਆਦਾ ਸੀਗੀ ਉਹਨੂੰ ਇਹਨੇ ਚੈਲੰਜ ਕੀਤਾ ਜੀ। ਕਿਤੇ ਵੀ ਆਪਾਂ ਅਮਰ ਸੰਚਾਰ ਦੀ ਮਰਿਆਦਾ ਜਿਹੜੀ ਪੜ੍ਹਦੇ ਆ ਜੀ, ਜਿੱਥੇ ਵੀ ਆਪਣੇ ਧਰਮ ਚ ਆਉਂਦੀ ਆ, ਉਹ ਇਦਾਂ ਵਾ ਵੀ ਬਾਟਾ ਸੰਗਤ ਦੇ ਸਾਹਮਣੇ ਤਿਆਰ ਹੋਣਾ ਚਾਹੀਦਾ ਜੀ। ਤੇ ਇਹ ਬੰਦੇ ਨੇ ਬਿਨਾ ਸੰਗਤ ਦੇ ਬਾਟਾ ਤਿਆਰ ਕੀਤਾ। ਜਦੋਂ ਇਹਦੇ ਚੇਲਿਆਂ ਨੂੰ ਪੁੱਛਿਆ ਵੀ ਤੁਸੀਂ ਇਦਾਂ ਕਿੱਦਾਂ ਕਰਤਾ, ਕਹਿੰਦੇ ਜੀ ਪੰਜਾਂ ਪਿਆਰਿਆਂ ਨੇ ਸਹਿਮਤੀ ਕੀਤੀ ਸੀ ਆਪਸ 'ਚ। ਮੈਂ ਉਹਨੂੰ ਕਿਹਾ ਵੀ ਪੰਜ ਪਿਆਰੇ ਵੱਡੇ ਕਿ ਗੁਰਮਰਿਆਦਾ ਵੱਡੀ ਆ, ਤੁਸੀਂ ਇਦਾਂ ਕਿੱਦਾਂ ਕਰਤਾ? ਇਹ ਸਭ ਬੰਟੀ ਕਰਾਉਂਦਾ ਜੀ। ਇਹ ਸਾਰਾ ਉਹ ਜਿੱਦਾਂ ਆਪਣੇ ਚੇਲੇ ਬਾਰਡਰ ਇਹਨੂੰ ਕਹਿੰਦਾ ਉਹ ਅੱਗੇ ਕਰ ਦਿੰਦੇ ਆ ਤੇ ਗੁਰਮਰਿਆਦਾ ਕਹਿ ਕੇ ਕਰ ਦਿੰਦੇ ਸਾਰਿਆਂ ਨੂੰ। ਇਹ ਸਾਰੇ ਸਿੱਖ ਭੋਲੇ ਇਹਨਾਂ ਨੂੰ ਨਹੀਂ ਪਤਾ, ਸਾਰੇ ਅੰਨਾ ਵਿਸ਼ਵਾਸ ਕੀਤਾ ਵੀ ਗੁਰੂ ਜੀ ਦੇ ਨਾਲ ਜੋੜਦੇ ਆ ਇਹ ਬੰਦੇ। ਤੇ ਇਹ ਦੇਖ ਲਓ ਜੀ, ਇਹ ਕੰਮ ਕਰਦਾ ਵੀ ਇਹਨੇ ਅਮਰ ਸੰਚਾਰ ਦੀ ਜਿਹੜੀ ਪਤਾ ਵੀ ਫਸ ਜਾਣਾ ਸੀ, ਸਾਡੇ ਕੋਲ ਕੋਈ ਸਵਾਲ ਨਹੀਂ ਹੈਗਾ, ਫਿਰ ਵੀ ਇਹਨੇ ਉਹ ਮਰਿਆਦਾ ਨੂੰ ਭੰਗ ਕੀਤਾ ਜੀ। ਬਾਕੀ ਇਹ ਸਿੰਘ ਸਾਰੇ ਇੱਥੇ ਨੇ, ਇਹਨਾਂ ਨੂੰ ਜ਼ਿਆਦਾ ਪਤਾ। ਅੱਛਾ, ਜਿਹੜੇ ਮੈਂ ਸਵਾਲ ਦੇਖ ਰਿਹਾ ਜੀ, ਚ ਲਿਖਿਆ ਹੋਇਆ ਕਿ ਸਹਿਜਧਾਰੀ ਨੂੰ ਬਾਣੀ ਪੜਨ ਜਾਂ ਸੇਵਾ ਕਰਨ ਤੋਂ ਮਨਾਹੀ ਹੈ। ਕੀ ਵਾਕਈ ਮਨਾਹੀ ਹੈ? ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸਹਿਜਧਾਰੀ ਆ ਉਹ ਬਾਣੀ ਨਹੀਂ ਪੜ ਸਕਦੇ ਆ ਕੇ ਜਾਂ ਸੇਵਾ ਨਹੀਂ ਕਰ ਸਕਦੇ? ਬਾਬਾ ਜੀ ਇੱਥੇ ਲੰਗਰ ਨਹੀਂ ਵਰਤਾ ਸਕਦੇ। ਉਹ ਇੱਕ ਵਾਰ ਕੀ ਹੋਇਆ, ਦੋ ਸਿੰਘ ਵਿਚਾਰੇ ਸਹਿਜਧਾਰੀ ਸੀ, ਉਹ ਲੰਗਰ ਵਰਤਾਉਣ ਆਏ, ਇਹਨਾਂ ਨੇ ਲੰਗਰ ਡੋਲਤਾ ਉਹਨਾਂ ਦੇ ਹੱਥ, ਵੀ ਉਹਨਾਂ ਦੇ ਹੱਥ ਲੱਗ ਗਏ ਆ। ਇਹੋ ਜਿਹੇ ਬੰਦੇ ਆ ਇਹ। ਗੁਰੂ ਘਰ ਸਾਰਿਆਂ ਦਾ ਸਾਂਝਾ, ਭਾਵੇਂ ਉਹ ਚ ਸਹਿਜਧਾਰੀ ਆਵੇ, ਭਾਵੇਂ ਗੁਰੂ ਕਾ ਸਿੰਘ ਆਵੇ, ਭਾਵੇਂ ਅੰਮ੍ਰਿਤਧਾਰੀ ਆਵੇ, ਹਨਾ। ਗੁਰੂ ਦਾ ਘਰ ਚ ਕੋਈ ਮਾਰੇ ਥੋੜੀ ਬਹਿੰਦੇ ਆ ਵੀ ਤੁਸੀਂ ਸਹਿਜਧਾਰੀਆਂ ਵੀ ਤੁਹਾਡੇ ਨਾਲ ਮੈਂ ਵੱਖਰਾ ਪਿਆਰ ਕਰਨਾ। ਇਹ ਬੰਦਿਆਂ ਨੇ ਇਹੋ ਜਿਹੀ ਮਰਿਆਦਾ ਚਲਾਈ, ਉਹਨਾਂ ਨੇ ਹੱਥ ਲਾਤਾ ਵੀ ਨਹੀਂ ਇਹ ਚੀਜ਼ ਭ੍ਰਸ਼ਟ ਹੋ ਗਈ ਆ, ਇਹਨੂੰ ਡੋਲ ਦਿਓ, ਵਰਤਾਉਣੀ ਨਹੀਂ ਤੁਸੀਂ। ਇਹੋ ਜਿਹੇ ਕੰਮ ਕਰਦੇ ਇਹ ਬੰਦੇ ਜੀ। ਸਿੱਖ ਰੂਪ 'ਚ ਬਹਿਰੂਪੀ ਹੈ ਜੀ ਇਹ। ਅੱਛਾ, ਤੇ ਤੁਸੀਂ ਹੁਣ ਕੋਈ ਲੀਗਲ ਹੈਲਪ ਲੈ ਰਹੇ ਹੋ ਜਾਂ ਕਿਸੇ ਕਿਉਂਕਿ ਨਿਊਜ਼ੀਲੈਂਡ ਜਿਹੜਾ ਮੁਲਕ ਹੈ, ਇੱਥੇ ਆਪਾਂ ਸਿਰਫ ਰੋਜ਼ ਮੁਜ਼ਾਹਰਿਆਂ ਦੇ ਨਾਲ ਆਪਾਂ ਨਹੀਂ ਕਿਸੇ ਦਾ ਐਕਸ਼ਨ ਲੈ ਸਕਦੇਗੇ, ਤੁਹਾਨੂੰ ਲੀਗਲ ਹੈਲਪ ਤਾਂ ਲੈਣੀ ਪੈਣੀ ਆ। ਸੋ ਅੱਗੇ ਜਿਹੜੀ ਸੰਗਤ ਹੈ ਇਹ ਲੀਗਲ ਕੋਈ ਹੈਲਪ ਲੈ ਰਹੀ ਹੈ ਜਾਂ ਤੁਸੀਂ ਕਿਸੇ ਨੂੰ ਅਪਰੋਚ ਕੀਤਾ ਲਾਇਰ ਨੂੰ ਵੀ ਤਰਕੀਬ ਜਿਹੜੀ ਹੈ ਤਰਤੀਬਬੰਦ ਜਿਹੜੀ ਤਰੀਕੇ ਦੇ ਨਾਲ, ਕਿਉਂਕਿ ਤੁਸੀਂ ਟਰਸਟੀ ਹੋ, ਜੇ ਤੁਹਾਨੂੰ ਬਾਹਰ ਕੀਤਾ ਗਿਆ ਉਹਨਾਂ ਕੋਲ ਪੇਪਰ ਵਰਕ ਹੈਗਾ ਜਿਸ 'ਚ ਲਿਖਿਆ ਹੋਇਆ ਕਿ ਉਹ ਜਦੋਂ ਮਰਜ਼ੀ ਬਾਹਰ ਕਰ ਸਕਦੇ ਨੇ। ਸੋ ਉਹਨਾਂ ਨੇ ਆਪਣੇ ਆਪ ਨੂੰ ਪੇਪਰ ਵਰਕ ਦਿਖਾ ਕੇ ਸੇਵ ਕਰ ਲੈਣਾ। ਸੋ ਤੁਸੀਂ ਕੋਈ ਲੀਗਲ ਜਿਹੜਾ ਪੱਖ ਹੁਣ ਸਾਹਮਣੇ ਲੈ ਕੇ ਆ ਰਹੇ ਹੋ, ਕਿਸੇ ਲਾਇਰ ਨਾਲ ਗੱਲਬਾਤ ਕਰ ਰਹੇ ਹੋ, ਤਾਂ ਫਿਰ ਕਿਸ ਤਰੀਕੇ ਨਾਲ ਇਹਨੂੰ ਸਾਰਿਆਂ ਨੂੰ ਹੈਂਡਲ ਕਰੋਗੇ? ਦੇਖੋ, ਇਹੀ ਤਾਂ ਮੇਨ ਪਹਿਲੋਂ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਬੇਨਤੀ ਹੈ ਸਾਡੀ, ਉਹ ਇੱਥੋਂ ਦੇ ਜਿੰਨੀਆਂ ਸੰਸਥਾਵਾਂ ਆ ਉਹਨਾਂ ਨੂੰ ਬੇਨਤੀ ਲਾਉਣ ਵੀ ਇਹ ਗੁਰਸਿੱਖਾਂ ਦੀ ਪੀੜਤਾ ਨੂੰ ਸਮਝਿਆ ਜਾਵੇ, ਜਿਹੜਾ ਧੱਕਾ ਹੋਇਆ ਆ, ਤੇ ਉਹਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ, ਸਾਡੇ ਨਾਲ ਸਾਨੂੰ ਇਨਸਾਫ ਮਿਲੇ। ਤੇ ਅਸੀਂ ਮੰਡੇ ਤੋਂ ਲੀਗਲ ਐਡਵਾਈਸ ਵੀ ਲਵਾਂਗੇ, ਤੇ ਬਾਕੀ ਵੀ ਇੱਥੋਂ ਦੇ ਗੁਰੂ ਘਰ ਜਿੰਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਜੀ ਸਾਨੂੰ ਇਨਸਾਫ ਦਿਵਾਉਣ ਦੇ ਵਿੱਚ ਸਾਡਾ ਸਾਥ ਦੇਣ। ਤੇ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਗੁਰਬਾਣੀ ਪੜ੍ਹਨ ਤੋਂ ਰੋਕਿਆ ਗਿਆ, ਆਹ ਸਾਡੇ ਵੀਰ ਨੇ, ਇਹਨਾਂ ਨੇ ਗੁਰੂ ਘਰ ਦੇ ਲਈ $1,00,000 ਵੀ ਦਿੱਤਾ ਆ, ਤੇ ਇਹਨਾਂ ਨੂੰ ਗੁਰਬਾਣੀ ਪੜ੍ਹਨ ਤੋਂ ਰੋਕਿਆ ਵੀ ਗਿਆ, ਤੇ ਇਹਨਾਂ ਦੇ ਪੈਸੇ ਜਿਹੜੇ ਸੀਗੇ ਉਹ ਆਪ ਹੀ ਦੱਸ ਦਿੰਦੇ, ਕਲੀਅਰ ਕਰ ਦਿੰਦੇ ਕੀ ਇਹਨਾਂ ਨੂੰ। ਜੀ ਬਿਲਕੁਲ, ਜਿੱਦਾਂ ਕਿ ਕਿਹਾ ਕਿ ਤੁਹਾਨੂੰ ਗੁਰਬਾਣੀ ਪੜ੍ਹਨ ਤੋਂ ਰੋਕਿਆ ਗਿਆ, ਸੇਵਾ ਕਰਨ ਤੋਂ ਰੋਕਿਆ ਜਾਂਦਾ ਗੁਰਦੁਆਰੇ 'ਚ। ਗੁਰਦੁਆਰੇ ਵਿੱਚ ਸਾਨੂੰ ਕਹਿੰਦੇ ਆ ਕਿ ਪਾਠ ਰਖਾ ਲਓ ਜੀ, ਪਾਠ ਦੇ ਪੈਸੇ ਦੇ ਦਿਓ। ਸਾਡੇ ਪੈਸੇ ਨੂੰ ਕੋਈ ਚੱਕਰ ਨਹੀਂ ਹੈ, ਸਾਡਾ ਪੈਸਾ ਹੈਗਾ ਪਵਿੱਤਰ ਤੇ ਅਸੀਂ ਹੈਗੇ ਅਪਵਿੱਤਰ, ਹੈ ਨਾ। ਮੈਨੂੰ ਇਹਨੇ ਕਿਹਾ ਪਾਠ ਨਹੀਂ ਕਰਨ ਦੇਣਾ। ਮੈਂ ਉਸ ਵੇਲੇ ਕਿਉਂਕਿ ਪਾਠ ਇਸ ਤਰ੍ਹਾਂ ਸੀਗਾ ਕਿ ਮੇਰੀ ਭੈਣ ਦੀ ਆਲਮੋਸਟ ਡੈਥ ਬੈੱਡ ਤੇ ਪਈ ਹੋਈ ਸੀ, ਤੇ ਮੈਂ ਉਹਦੇ ਵਾਸਤੇ ਕੀਤਾ ਸੀ ਵੀ ਹਾਂ ਉਹਨੂੰ ਵਾਹਿਗੁਰੂ ਕਿਰਪਾ ਕਰੇ, ਉਹਦੇ ਤੇ ਛੱਡ ਦੇਵੇ, ਉਹਦੀ ਜਾਨ ਹੈ ਨਾ ਨਿਕਲ ਜਾਵੇ। ਤਾਂ ਉਸ ਨੂੰ ਇਹਦਾ ਫਾਇਦਾ ਉਠਾਉਂਦੇ ਹੋਏ ਇਹਨਾਂ ਨੇ ਕਿਹਾ ਜੀ, ਕਹਿੰਦੇ ਤੁਸੀਂ ਆਪ ਨਹੀਂ ਪਾਠ ਕਰ ਸਕਦੇ। ਮੈਂ ਕਿਹਾ ਬਾਕੀ ਜਗ੍ਹਾ ਤੇ ਮੈਂ ਸਾਰੀ ਜਗ੍ਹਾ ਤੇ ਰੋਲ ਲਾਉਂਦਾ ਰਿਹਾ, ਕੋਲਮਾਰ ਗੁਰਦੁਆਰੇ ਲਾਉਂਦਾ ਰਿਹਾ, ਮੈਂ ਪਟਿਆਲੇ ਆਪਣੇ ਘਰ ਲਾਉਂਦਾ ਰਿਹਾ, ਸਾਡੇ ਘਰ ਗੁਰੂ ਘਰ ਹੈਗੇ, ਹੈ ਨਾ, ਗੁਰੂ ਸਾਹਿਬ ਹੈਗੇ, ਹੈ ਨਾ, ਮਹਾਰਾਜ ਦੀ ਸਾਰੇ ਅਸੀਂ ਕਾਰਿਆ ਆਪ ਕਰਦੇ ਹਾਂ। ਮੈਂ ਉਸ ਨੂੰ ਇਹ ਜਿੱਦ ਕਰਕੇ ਕਿਹਾ ਸੀ ਉਸ ਦਿਨ, ਮੈਂ ਕਿਹਾ ਸੁਖਪ੍ਰੀਤ ਸਿੰਘ ਤੂੰ ਮੈਨੂੰ ਅੱਜ ਨਾ ਕਰਵਾ ਰਿਹਾ ਨਾ, ਮੈਂ ਤੈਨੂੰ ਇੱਥੇ ਵਾਹਿਗੁਰੂ ਮਿਹਰ ਕਰੇ, ਬਾਬਾ ਮਿਹਰ ਕਰੇ, ਤੇ ਮੈਂ ਗੁਰੂ ਗ੍ਰੰਥ ਸਾਹਿਬ ਮੰਗਵਾਉਣਾ, ਤੇ ਗੁਰੂ ਗ੍ਰੰਥ ਸਾਹਿਬ ਲੈਣਾ ਤਾਂ ਬੜੇ ਆਰਾਮ ਨਾਲ ਲੈ ਸਕਦੇ ਹੋ, ਜਿੱਥੋਂ ਮਰਜ਼ੀ ਲੈ ਸਕਦੇ, ਜਿਹੜੇ ਮਰਜ਼ੀ ਗੁਰੂ ਘਰ ਜਾ ਕੇ ਤੁਸੀਂ ਮੱਥਾ ਟੇਕ ਕੇ ਅਰਦਾਸ ਕਰਕੇ ਗੁਰੂ ਘਰ ਲੈ ਸਕਦੇ ਹੋ। ਮੈਂ ਕਿਹਾ ਬਾਬਾ ਮਿਹਰ ਤੇ ਮਿਹਰ ਕਰੇ, ਤੇ ਮੈਂ ਆਪਣੀ ਸੇਵਾ ਆਪ ਕਰਾਂ, ਆਪ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਬਣਾਵਾਂ। ਮੈਂ ਉਹਦੇ ਵਾਸਤੇ ਆਪਣੇ ਘਰ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਪੇਜ ਵੀ ਆ ਗਏ ਮੇਰੇ ਕੋਲ, ਅੰਗ ਆ ਗਏ ਮੇਰੇ ਕੋਲ, ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਮੈਂ ਇਹਨੂੰ ਲਿਖ ਕੇ ਇਹਨੂੰ ਇਹ ਨਕਲੀ ਬਾਬੇ ਨੂੰ ਦਿਖਾਵਾਂਗਾ ਜ਼ਰੂਰ ਕਿ ਤੈਨੂੰ ਕੀ ਕਿੱਥੇ ਤੱਕ ਹੈਗਾ। ਤੇ ਦੂਸਰੇ ਜਿਨ੍ਹਾਂ ਨੂੰ ਚੈਲੰਜ ਕਰਦਾ ਨਾ, ਉਹ ਸਰਦਾਰ ਹੁੰਦੇ ਆ, ਉਹ ਬਿਨਾਂ ਕਿਰਪਾਨ ਤੋਂ ਸੱਚ ਬੋਲਦੇ ਆ, ਤੇ ਤੂੰ ਝੂਠ ਬੋਲਦਾ ਕਿਰਪਾਨਾਂ ਪਾ ਕੇ। ਮੈਨੂੰ ਬਸ ਇਸ ਗੱਲ ਤੇ ਇਹਦੀ ਹਲਕਤ ਹੈਗੀ ਆ। ਲੰਗਰ ਕਰਦਾ 3 ਅੰਦਰ ਆਪਣੇ ਵਾਸਤੇ ਅਲੱਗ, ਆਪਣੇ ਸੇਵਕਾਂ ਵਾਸਤੇ ਅਲੱਗ, ਤੇ ਦੂਸਰੀ ਸੰਗਤ ਵਾਸਤੇ ਅਲੱਗ। ਆਹ ਕਿਹੜਾ ਗੁਰੂ ਕਰਦਾ ਹੈ? ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੇ ਲੰਗਰ ਚਲਾਇਆ ਸੀ ਨਾ, ਤੇ ਪੰਗਤ ਵਿੱਚ ਬੈਠ ਕੇ ਆਪ ਛਕਿਆ ਸੀ ਲੰਗਰ, ਔਰ ਛਕਦੇ ਸੀ, ਔਰ ਉਹਨਾਂ ਨੇ ਸਿਰਫ ਇਹ ਕਿਹਾ ਸੀ ਕਿ ਇੱਕ ਪੰਗਤ ਤੇ ਲੰਗਰ ਇੱਕ ਸਾਰੀ ਸੰਗਤ ਛਕੇਗੀ ਹੋਈ। ਤਾਂ ਆਹ 3 ਲੰਗਰ ਕਿੱਥੋਂ ਛਕਾ ਰਿਹਾ? ਆਹ ਕਿਹੜੇ ਹੱਥ ਧੋਣ ਦੀਆਂ ਗੱਲਾਂ ਕਰਦਾ? ਆਹ ਆਪਣੀ ਸੇਵਾ ਆਪ ਕਰਾਂਦਾ, ਬਸ ਹੋਰ ਕੁਝ ਗੱਲ ਨਹੀਂ। ਮਹਾਰਾਜ ਦੇ ਸਰੂਪ ਜਿੱਥੇ ਮਹਾਰਾਜ ਧੋਖੇ ਜਾਂਦੇ ਆ, ਉਹਦੇ ਨਾਲ ਇਹਨੇ ਆਪਣੀ ਗੱਦੀ ਲਾਈ ਹੋਈ ਹੈ। ਲਾਨਤ ਹੈ ਜੇ ਬੰਦੇ ਦੇ ਉੱਤੇ।
ਉਹ ਗਲਤੀ ਸਿਰਫ ਸਾਡੇ ਲੋਕਾਂ ਦੀ ਹੈ ਜਿਨ੍ਹਾਂ ਇਹਨਾਂ ਨੂੰ ਚੁੱਕ ਕੇ ਇੰਨਾ ਉੱਚਾ ਬਣਾ ਦਿੱਤਾ। ਅੱਛਾ, ਇਹ ਵੀ ਗੱਲ ਸਾਹਮਣੇ ਆਈ ਹੈ ਜਦੋਂ ਅਸੀਂ ਰੋਸ ਮੁਜ਼ਾਹਰੇ ਦੇ ਵਿੱਚ ਕਿ ਵਾਕਈ ਗੱਦੀ ਵੀ ਲਾਈ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ, ਵਾਕਈ ਲਾਈ ਜਾਂਦੀ ਹੈ। ਮਹਾਰਾਜ ਦਾ ਸਰੂਪ ਜਿੱਥੇ ਸੰਤੋਖਿਆ ਜਾਂਦਾ ਹੈ ਨਹੀਂ। ਅੱਛਾ ਜੀ, ਬਾਹਰ ਸਾਹਮਣੇ ਜਾ ਕੇ ਵੇਖੋਗੇ ਚਿੱਟੇ ਰੰਗ ਦਾ ਚਾਦਰ ਟੰਗੀ ਹੈ ਉੱਤੇ। ਅੱਛਾ ਜੀ, ਉਹ ਚਾਦਰ ਦੇ ਬਿਲਕੁਲ ਥੱਲੇ ਗੱਦੀ ਲੱਗਦੀ ਹੈ ਜਾਂਦੀ। ਅੱਛਾ ਉਹ ਵੀਡੀਓ ਹੈਗੀਆਂ ਇਹਦੀਆਂ ਕਈ ਜੀ। ਜਿਹਦੇ ਵਿੱਚ ਇਹ ਕਰਦਾ ਪਿਆ। ਉੱਤੇ ਇੱਕ ਲਾਠੀ ਵੀ ਪਈ ਆ, ਉੱਥੇ ਜਿਹੜੀ ਲਾਠੀ ਨਾਲ ਬੰਦਿਆਂ ਨੂੰ ਆਸ਼ੀਰਵਾਦ ਦਿੰਦਾ, ਦੂਰ ਵੀ ਨਹੀਂ ਚੱਕਦਾ ਵੀ ਨਹੀਂ। ਹਾਂ, ਕੈਂਸਰ ਠੀਕ ਕਰਦਾ। ਹੋਰ ਵੀ ਰੋਗ ਲੈਚੀਆਂ ਨਾਲ ਨਿਆਣੇ ਬਾਕੀ ਜਿਹੜੇ ਜਾਤ ਪਾਤ ਦੇ ਇਸ਼ੂ ਚੱਕੇ ਨੇ ਜੀ, ਉਹ ਜਿਹੜੇ ਬੰਦੇ ਦੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਤੇ ਸੰਗਤਾਂ ਨਾਲ ਹੋ ਜਾਂਦੀਆਂ ਸੀ ਖੜਤਾਲਾਂ, ਉਹਨਾਂ ਨੂੰ ਕਹਿੰਦਾ ਕਮਜਾਤ ਹੈ। ਲਾਨਤ ਹੈ ਜੇ ਬੰਦੇ ਦੇ ਉੱਤੇ। ਅੱਛਾ ਵੀਰ ਜੀ, ਇਹ ਦੱਸਿਓ ਮੈਨੂੰ ਕਿ ਕਿਉਂਕਿ ਜਿਵੇਂ ਹੁਣ ਗੱਦੀ ਦਾ ਮਸਲਾ ਆ ਜਾਂ ਜਿਹੜੇ ਸਾਹਿਤਾਈ ਆ ਸੇਵਾ ਨਹੀਂ ਕਰਨ ਦਿੱਤੀ ਜਾਂਦੀ, ਬਾਣੀ ਪੜ੍ਹਨ ਦਿੱਤੀ ਜਾਂਦੀ, ਜਦੋਂ ਗੁਰੂ ਘਰ ਸੁਸ਼ੋਭਿਤ ਹੋਇਆ ਸੀ ਉਦੋਂ ਤੋਂ ਹੀ ਚੱਲ ਰਿਹਾ ਹੋਣਾ, ਮੈਨੂੰ ਲਗਭਗ ਸਾਲ ਹੋ ਗਿਆ ਹੋਣਾ ਕਿ ਹੁਣੇ ਹੀ ਰੀਸੈਂਟਲੀ ਹੋਇਆ? ਪਹਿਲਾਂ ਸੰਗਤ ਜਿਹੜੀ ਸੀ ਉਹ ਕੀਰਤਨ ਕਰਦੇ ਹੁੰਦੀ ਸੀ। ਇੱਕ ਉੱਥੇ ਸਥਾਨ ਸੀਗਾ, ਉਹ ਗੁਰੂ ਘਰ ਨਹੀਂ ਸੀਗਾ ਜੀ। ਉੱਥੇ ਐਵਰੀ ਫਰਾਈਡੇ ਸੈਟਰਡੇ ਸੰਡੇ ਕੀਰਤਨ ਕਰਨ ਲਈ ਸੰਗਤ ਇਕੱਠੀ ਹੁੰਦੀ ਸੀ। ਇਹਦੇ ਦਿਮਾਗ 'ਚ ਪਤਾ ਨਹੀਂ ਜਦੋਂ ਦਾ ਗੁਰਦੁਆਰਾ ਸਾਹਿਬ ਪੈਸੇ ਕਰਕੇ ਆਇਆ ਹੋਊਗਾ, ਵੀ ਪੈਸਾ ਹੜੱਪਣਾ ਚਾਹੁੰਦਾ ਹੋਊਗਾ, ਇਹਨੇ ਦੇਖਿਆ ਵੀ ਗੁਰਦੁਆਰੇ ਲਾ ਨਹੀਂ ਪੈਸਾ ਆਉਣਾ ਸੌਖਾ। ਇਹਨੇ ਵੀ ਸੰਗਤ ਸਾਰੀ ਮੇਰੇ ਤੇ ਬਹੁਤ ਟਰਸਟ ਕਰਦੀ ਹੈ। ਵਾਕਈ ਕਿਸੇ ਸੰਗਤ ਨੇ ਅੱਜ ਤੱਕ ਇਹਨੂੰ ਕਦੀ ਸਵਾਲ ਨਹੀਂ ਕੀਤਾ ਜੀ ਤੁਸੀਂ ਪੈਸਾ ਕਿੱਥੋਂ ਆਉਂਦਾ, ਜਿਹੜਾ ਤੁਸੀਂ ਬਾਹਰੋਂ ਪੈਸਾ ਮੰਗਾਉਂਦੇ ਉਹਦਾ ਤੁਸੀਂ ਕੀ ਕਰਦੇ ਆ, ਕੁਛ ਇਹਨੇ ਅੱਜ ਤੱਕ ਨਹੀਂ ਕੀਤਾ। ਤੇ ਫਿਰ ਜਦੋਂ ਦਾ ਇਹ ਗੁਰਦੁਆਰਾ ਸਾਹਿਬ ਬਣਿਆ ਉਦੋਂ ਦੀ ਇਹਨੇ ਹਰਕਤਾਂ ਸ਼ੁਰੂ ਕੀਤੀਆਂ ਨੇ ਜੀ, ਵੱਡੇ ਵੱਡੇ ਜਿੱਦਾਂ ਵੀ ਜਿਹੜੇ ਸਿੱਖ ਵਿਚਾਰਿਆਂ ਨੂੰ ਡਰਾ ਕੇ ਆਪਣੇ ਧਰਮ ਦੀਆਂ ਵੀ ਮਰਿਆਦਾ ਦੀਆਂ ਬੰਦੂਕਾਂ ਤਾਣ ਕੇ, ਚਲੋ ਮਰਿਆਦਾ ਇੱਕ ਵਧੀਆ ਚੀਜ਼ ਹੈ ਬਟ ਉਹਨਾਂ ਨੂੰ ਗਲਤ ਮਰਿਆਦਾ ਦੱਸ ਕੇ ਇਹਨੇ ਬੜਾ ਪੈਸਾ ਪਿਆ ਜੀ ਉਤੋਂ। ਤੇ ਹੁਣ ਉਹ ਸਾਰੇ ਕਹਿੰਦੇ ਆ ਮੈਂ ਇਹਨੂੰ ਇੱਕ ਪੈਸਾ ਵੀ ਇਹਨੂੰ ਕਿਹਾ ਸੀ ਮੈਂ ਤੈਨੂੰ ਨਹੀਂ ਦੇ ਰਿਹਾ, ਮੈਂ ਗੁਰੂ ਘਰ ਨੂੰ ਦੇ ਰਿਹਾ, ਪਰ ਮੈਂ ਉਧਾਰਾ ਦੇ ਰਿਹਾ 2 ਸਾਲ ਵਾਸਤੇ ਬਿਨਾਂ ਇੰਟਰਸਟ ਤੋਂ, ਮੇਰਾ ਪੈਸਾ ਐਜ਼ ਇਟ ਇਜ਼ ਵਾਪਸ ਕਰੇਗਾ ਤੂੰ। ਔਰ ਇਸਨੇ ਕਿਹਾ ਸੀ ਹਾਂ ਮੈਂ ਕਰਾਂਗਾ। ਇਹ ਤੇ ਸੁਖਪ੍ਰੀਤ 2 ਬੰਦੇ ਸੀਗੇ ਜਿਨ੍ਹਾਂ ਨੇ ਕਿਹਾ ਸੀ। ਔਰ ਉਸ ਦਿਨ ਮੀਟਿੰਗ ਦੇ ਵਿੱਚ ਸੁਖਪ੍ਰੀਤ ਨੇ ਆਪ ਮੰਨਿਆ। ਮੈਂ ਕਿਹਾ ਚੱਲ ਮੇਰੇ ਸਾਹਮਣੇ ਜੇ ਤੂੰ ਗੁਰੂ ਦਾ ਬੰਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੱਥ ਰੱਖ ਕੇ ਕਹਿ, ਤੂੰ ਵੀ ਕਹਿਣਾ ਮੈਂ ਵੀ ਕਹਿਣਾ, ਮੈਂ ਕੀ ਕੇ ਕੀਰਤਨ ਕਿਹਾ ਸੀ। ਮੈਂ ਕਿਉਂ $1,00,000 ਦਾਂਗਾ ਇਸ ਨੂੰ ਗੁਰਦੁਆਰੇ ਵਾਸਤੇ? ਮੈਂ ਸਿਰਫ ਉਸਨੂੰ ਕਿਹਾ ਸੀ 30 ਬੰਦੇ ਲਿਆ, 3 ਮਿਲੀਅਨ ਇਕੱਠਾ ਹੁੰਦਾ, $100 100,000 ਲਾ ਕੇ, ਤੇ 100,000 ਤੂੰ ਕਰ। ਇਹਨੇ ਮੈਨੂੰ 3 ਸਾਲ ਬਾਅਦ ਜਿਸ ਵੇਲੇ ਮੈਂ ਮੰਗਣਾ ਸ਼ੁਰੂ ਕੀਤਾ, ਇਸਨੇ ਮੈਨੂੰ ਕੀ ਕੀਤਾ, ਡੋਨੇਸ਼ਨ ਦੀ ਉਹ ਦੇ ਦਿੱਤੀ ਪਰਚੀ। ਮੈਂ ਕਿਹਾ ਮੈਂ ਅਕਾਊਂਟ 'ਚ ਦਿਖਾਣਾ, ਆਪਣੇ ਅਕਾਊਂਟੈਂਟ ਨੂੰ ਦਿਖਾਣਾ, ਮੈਂ IRD ਦਾ ਬੰਦਾ, ਮੈਂ IRD ਨੂੰ ਸ਼ੋਅ ਕਰਨਾ। ਤਾਂ ਇਹਨੇ ਮੈਨੂੰ ਕੀ ਕੀਤਾ, ਆਪਣੇ ਹੁਸ਼ਿਆਰੀ ਕੀਤੀ, ਡੋਨੇਸ਼ਨ ਦੀ ਪਰਚੀ ਦੇ ਦਿੱਤੀ। ਮੈਂ ਕਿਹਾ ਕੋਈ ਗੱਲ ਨਹੀਂ, ਡੋਨੇਸ਼ਨ ਦੀ ਤਾਂ ਪਰਚੀ ਦਿੱਤੀ ਨਾ, ਕਮ ਸੇ ਕਮ ਆਥੈਂਟਿਕ ਪ੍ਰੂਫ ਤਾਂ ਹੈ ਨਾ ਮੇਰੇ ਕੋਲ। ਹੁਣ ਇਹ ਇਹਨੇ ਕੰਮ ਕੀਤਾ। ਤੁਸੀਂ ਟਰਸਟ ਦੇ ਮੈਂਬਰ ਬਾਰੇ ਪੁੱਛਿਆ ਜੀ? ਹਾਂ, ਮੈਂ ਟਰਸਟ ਦੇ ਮੈਂਬਰਸ ਬਾਰੇ ਪੁੱਛਿਆ, ਕਹਿੰਦਾ ਮੈਂ ਟਰਸਟੀ ਨਹੀਂ ਹਾਂ, ਬਾਕੀ ਸੰਗਤ ਟਰਸਟ ਹੈ, ਮੈਂ ਨਹੀਂ ਟਰਸਟੀ। ਮੈਂ ਕਿਹਾ ਨਹੀਂ ਦੇਖਿਆ ਮੈਂ ਜਿਸ ਵੇਲੇ ਹੁਣ ਥੋੜੀ ਦੇਰ ਪਹਿਲਾਂ ਜਿਸ ਵੇਲੇ ਉਸ ਦਿਨ ਸੰਡੇ ਨੂੰ ਮੀਟਿੰਗ ਹੋਈ, ਉਸ ਦਿਨ ਅਸੀਂ ਟਰਸਟੀ ਦੇ ਪੇਪਰ ਦੇਖਿਆ ਤਾਂ ਉਹਦੇ ਵਿੱਚ ਦੇਖਿਆ ਕਿ ਲਿਖਿਆ ਕਿ ਹੀ ਇਜ਼ ਦਾ ਓਨਲੀ ਸੋਲ ਟਰਸਟੀ ਹੂ ਕੈਨ ਨਾਟ ਬੀ ਰਿਮੂਵਡ ਬਾਈ ਐਨੀਵਨ ਐਂਡ ਹੀ ਕੈਨ ਵੇਅਰਐਜ਼ ਹੀ ਕੈਨ ਰਿਮੂਵ ਐਨੀਵਨ ਐਲਸ ਵਿਦਆਊਟ ਐਨੀ ਨੋਟਿਸ, ਵਿਦਆਊਟ ਐਨੀ ਸੇਇੰਗ ਐਨੀਥਿੰਗ, ਹੈ ਨਾ, ਬਿਨਾਂ ਕਿਸੇ ਨੂੰ ਕੁਝ ਦੱਸੇ, ਬਿਨਾਂ ਕਿਸੇ ਨੂੰ ਕੁਝ ਕਹੇ। ਇਹ ਕਿਸੇ ਨੂੰ ਵੀ ਆਪਣੇ ਝਟਕੇ ਨਾਲ ਕੱਢ ਸਕਦਾ, ਉਹੀ ਉਹਨੇ ਕੀਤਾ। ਸੋ ਹੁਣ ਆਪਾਂ ਗੱਲ ਕਰ ਰਹੇ ਹਾਂ ਗੁਰਿੰਦਰਪਾਲ ਸਿੰਘ ਜਿਹਨਾਂ ਦਾ ਨਾਮ ਬੰਟੀ ਵੀ ਨਾਮ ਹੈ, ਤੇ ਸੁਖਪ੍ਰੀਤ ਸਿੰਘ ਉਹਨਾਂ ਦੀ। ਗੁਰਿੰਦਰਪਾਲ ਸਿੰਘ ਤੇ ਬੰਟੀ ਤੇ ਸੁਖਪ੍ਰੀਤ ਸਿੰਘ ਅਲੱਗ ਬੰਦਾ। ਸੁਖਪ੍ਰੀਤ ਸਿੰਘ ਦਾ ਸੋ ਇਹ ਦੋ ਮੇਨ ਟਰਸਟੀ ਹੈਗੇ ਆ। ਟਰਸਟੀ ਨਹੀਂ ਹੈ ਉਹ। ਹਾਂਜੀ, ਸੁਖਪ੍ਰੀਤ ਸਿੰਘ ਟਰਸਟੀ ਨਹੀਂ ਹੈ, ਠੀਕ ਹੈ, ਸਿਰਫ ਗੁਰਿੰਦਰਪਾਲ ਸਿੰਘ। ਹਾਂ, ਉਹਦਾ ਜਵਾਈ ਹੈ ਜੀ। ਠੀਕ ਹੈ, ਉਹ ਸੈਕਟਰੀ ਹੈ ਜੀ। ਠੀਕ ਹੈ। ਤੇ ਤੁਹਾਡੀ ਹੁਣ ਅਪੀਲ ਕੀ ਹੈ ਜੀ, ਜਿਹੜੀ ਸੰਗਤ ਹੈ ਨਿਊਜ਼ੀਲੈਂਡ ਦੀ ਜਾਂ ਗੁਰਦੁਆਰਾ ਘਰ ਦੀ ਸੰਗਤ ਹੈ, ਕੀ ਅਪੀਲ ਹੈ ਜੀ? ਇੱਥੇ ਜਿੱਦਾਂ ਕਈ ਚੀਜ਼ਾਂ ਜਿਵੇਂ ਲੰਗਰ ਆ, ਜਿਹੜੀ ਇੱਥੇ ਸੰਗਤ ਆਉਂਦੀ ਹੈ ਜਾਂ ਸਿੰਘ ਆਪਣੇ ਨਵੇਂ ਜਾਂ ਆਪਾਂ ਕਹਿ ਦਈਏ ਕਿ ਇੰਡੀਆ ਤੋਂ ਜੇ ਆਉਂਦੇ ਆ, ਤੇ ਉਹਨਾਂ ਨੂੰ ਜਿੱਦਾਂ ਕਈ ਚੀਜ਼ਾਂ ਜਿਹੜੀਆਂ ਗੁਰਮਰਿਆਦਾ ਦੇ ਉਲਟ ਹੁੰਦੀਆਂ ਕਿ ਤੁਸੀਂ ਜੇ ਇੱਥੇ ਆਉਣਾ, ਤੁਸੀਂ ਕਿਤੇ ਜਾ ਕੇ ਹੋਰ ਗੁਰੂ ਘਰ ਲੰਗਰ ਨਹੀਂ ਛਕ ਸਕਦੇ। ਬਹੁਤੇ ਸਿੰਘਾਂ ਨੂੰ ਇਹ ਵੀ ਕਿਹਾ ਜਾਂਦਾ ਵੀ ਤੁਸੀਂ ਦੇਗ ਵੀ ਨਹੀਂ ਲੈ ਸਕਦੇ। ਇੱਥੋਂ ਤੱਕ ਜੇ ਕਿਸੇ ਨੇ ਇੰਡੀਆ ਜਾਣਾ, ਗੁਰੂ ਰਾਮਦਾਸ ਦੇ ਲੰਗਰ 'ਚ ਜਾਣਾ, ਉੱਥੋਂ ਤੱਕ ਵੀ ਇਹਨਾਂ ਨੂੰ ਕੀਤਾ ਜਾਂਦਾ ਕਿ ਤੁਸੀਂ ਨਹੀਂ ਛਕ ਸਕਦੇ, ਕਿ ਗੁਰੂ ਰਾਮਦਾਸ ਦੇ ਲੰਗਰ 'ਚ ਬਰਕਤ ਨਹੀਂ ਰਹੀ ਹੈਗੀ। ਮਤਲਬ ਇੱਥੋਂ ਤੱਕ ਇਹ ਗੱਲਾਂ ਕੀਤੀਆਂ ਜਾਂਦੀਆਂ ਵਾ ਜਿਹੜੀਆਂ ਕਿ ਗੁਰਮਰਿਆਦਾ ਦੇ ਬਿਲਕੁਲ ਉਲਟਾ। ਤੇ ਕੱਲ੍ਹ ਨੂੰ ਜਿਹਦੇ ਸਿੱਟੇ ਬਹੁਤੇ ਚੰਗੇ ਨਹੀਂ ਨਿਕਲਣੇ, ਨਾ ਹੀ ਨਿਕਲ ਰਹੇ, ਜੋ ਤੁਸੀਂ ਦੇਖ ਰਹੇ ਹੋ ਕਿ 400-500 ਪਰਿਵਾਰ ਇਕੱਠਾ ਹੋ ਕੇ ਆਇਆ ਵਾ। ਤੇ ਸਾਡੀ ਇਹ ਪੰਥਕ ਅਪੀਲ ਆ ਕਿ ਜਥੇਦਾਰ ਸਾਹਿਬ ਨੂੰ ਕਿ ਇਹਦੇ ਬਾਰੇ ਕੁਛ ਨਾ ਕੁਛ ਕੀਤਾ ਜਾਵੇ। ਜਿਵੇਂ ਅੰਮ੍ਰਿਤ ਦੇ ਬਾਰੇ ਇਹਨਾਂ ਨੇ ਆਪ ਨੂੰ ਦੱਸਿਆ ਕਿ ਉਹਦੇ ਵਿੱਚ ਵੀ ਕਈ ਚੀਜ਼ਾਂ ਕੀਤੀਆਂ ਜਾਂਦੀਆਂ ਵਾ, ਤੇ ਲੰਗਰ ਬਾਰੇ ਦੱਸ ਦਿੱਤਾ ਗਿਆ ਕਿ ਲੰਗਰ ਬਾਰੇ 2-3 ਤਿਆਰ ਕਰਦਾ, ਜੋ ਕਿ ਆਪਣੀ ਮਰਿਆਦਾ ਨਹੀਂ ਹੈਗੀ। ਜਾਤ ਪਾਤ ਜਿਹੜੇ ਗੁਰੂ ਕੇ ਸਿੱਖ ਨੇ ਆਪਣਾ ਮਤਲਬ ਬਹੁਤ ਲੰਬਾ ਸਮੇਂ ਤੋਂ ਸੇਵਾ ਕਰ ਰਹੇ ਆ ਇਸ ਗੁਰੂ ਘਰ ਦੇ ਵਿੱਚ, ਜੇ ਉਹਨਾਂ ਦੇ ਉਹ ਵੀ ਅੰਮ੍ਰਿਤਧਾਰੀ ਨੇ, ਅਸੀਂ ਵੀ ਅੰਮ੍ਰਿਤਧਾਰੀ ਹਾਂ, ਜੇ ਅਸੀਂ ਉਹਨਾਂ ਦੇ ਘਰ ਜਾ ਕੇ ਪ੍ਰਸ਼ਾਦਾ ਛਕਦੇ ਤਾਂ ਮੁੜ ਕੇ ਸਾਨੂੰ ਐਲਾਨ ਤਾਂ ਪਾਉਂਦਾ ਕਿ ਉਹ ਨੀਵੀਂ ਜਾਤ ਦੇ ਆ, ਤੁਸੀਂ ਉਹਨਾਂ ਦੇ ਘਰੇ ਜਾ ਕੇ ਛਕ ਨਹੀਂ ਸਕਦੇ ਹੈਗੇ। ਇੱਥੋਂ ਤੱਕ ਇਹਦੀ ਸੋਚ ਦਾ ਇਹਦਾ ਬੇੜਾ ਬੈਠ ਚੁੱਕਾ ਵਾ। ਤੁਸੀਂ ਦੇਖ ਸਕਦੇ ਹੋ ਕਿ ਇਹ ਚੀਜ਼ਾਂ ਜੋ ਗੁਰਮਰਿਆਦਾ ਦੇ ਬਿਲਕੁਲ ਉਲਟ ਨੇ।
ਇਹ ਜ਼ਹਿਰ ਸਿੱਖਾਂ ਦੇ ਵਿੱਚ ਪਾਇਆ ਜਾ ਰਿਹਾ, ਇੱਕ ਸਿੱਖ ਦੇ ਦੂਜੇ ਸਿੱਖ ਨਾਲ, ਕਿ ਤੁਸੀਂ ਕਿਸੇ ਦੇ ਘਰੇ ਨਹੀਂ ਜਾਣਾ, ਤੁਸੀਂ ਵਰਤਣਾ ਨਹੀਂ। ਜਾ ਕੇ ਗੁਰੂ ਸਾਹਿਬ ਹਰ ਇੱਕ ਨੂੰ ਕੋਈ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣੇ ਕਲਾਵੇ 'ਚ ਲੈਂਦੇ ਆ। ਗੁਰੂ ਸਾਹਿਬ ਨੇ ਕਦੇ ਭੇਦ ਨਹੀਂ ਰੱਖਿਆ ਇਦਾਂ ਦੀਆਂ ਚੀਜ਼ਾਂ ਦਾ। ਇਹ ਬਿਲਕੁਲ ਉਲਟ ਇੱਕ ਨਵਾਂ ਜਿਵੇਂ ਪੰਥ ਸ਼ੁਰੂ ਕਰਨਾ, ਉਹ ਸ਼ੁਰੂ ਕਰਦਾ ਪਿਆ ਵਾ। ਤੁਸੀਂ ਦੇਖ ਵੀ ਸਕਦੇ ਹੋ ਅੰਦਰ ਜਾ ਕੇ ਜਿਹੜੇ ਸਿੰਘ ਨੇ ਇਹਨੂੰ ਮਨਾਹੀ ਕੀਤੀ ਜਾਂਦੀ ਹੈ, ਕਿਸੇ ਹੋਰ ਗੁਰੂ ਘਰਾਂ ਬਹੁਤਾ ਜਾਣਾ ਨਹੀਂ ਹੈਗਾ, ਪ੍ਰਸ਼ਾਦਾ ਨਹੀਂ ਛਕਣਾ, ਉੱਥੇ ਦੇਖ ਤੱਕ ਨਹੀਂ ਛਕਣੀ ਹੈਗੀ। ਇਹ ਕਹਿੰਦਾ ਕਿ ਉਹ ਮਹਾਰਾਜ ਨੂੰ ਭੋਗ ਨਹੀਂ ਲਾਉਂਦੇ ਹੈਗੇ, ਇਦਾਂ ਦੀਆਂ ਗੱਲਾਂ ਕਰਦਾ। ਤੇ ਕੀ ਕੋਈ ਚਿੱਠੀ ਜਾਂ ਕੋਈ ਈਮੇਲ ਜਿਹੜੀ ਆ ਉਹ ਅਕਾਲ ਤਖਤ ਸਾਹਿਬ ਨੂੰ ਤੁਹਾਡੇ ਵੱਲੋਂ ਲਿਖੀ ਗਈ ਹੈ? ਹੁਣ ਅੱਜ ਦੇ ਰੋਸ ਤੋਂ ਬਾਅਦ ਅਸੀਂ ਸੋਚਿਆ ਸੀ ਅਕਾਲ ਤਖਤ ਨੂੰ ਇੱਕ ਵਾਰ ਦਿਖਾਇਆ ਜਾਵੇ ਉਹਨਾਂ ਨੂੰ ਵੀ ਸੰਗਤਾਂ ਵਿੱਚ ਵਾਕਈ ਰੋਸ ਆ, ਕਿ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਵਾਕਈ ਸੰਗਤ ਨਾਲ ਧੱਕਾ ਹੋ ਰਿਹਾ ਤੇ ਰੋਸ ਹੈ। ਇਸ ਤੋਂ ਬਾਅਦ ਉਹਨਾਂ ਨੂੰ ਅਪਰੋਚ ਕੀਤੀ ਜਾਊਗੀ, ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਮੰਗ ਪੱਤਰ ਭੇਜਿਆ ਜਾਊਗਾ ਵੀ ਆਪ ਜੀ ਜੋ ਕਿ ਪੰਥਕ ਮਰਿਆਦਾ ਰੋਹ ਰੀਤਾਂ ਦੇ ਨਾਲ ਖਿਲਵਾੜ ਹੋ ਰਿਹਾ ਵਾ, ਉਹਨਾਂ ਉੱਤੇ ਉਹਨਾਂ ਵੱਲੋਂ ਕੋਈ ਨਾ ਕੋਈ ਲਿਆ ਜਾਵੇ ਐਕਸ਼ਨ। ਤੇ ਕਈ ਚੀਜ਼ਾਂ ਇਦਾਂ ਦੀਆਂ ਜੋ ਇਹ ਪਖੰਡਵਾਦ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਦਾ ਕਿ ਮੈਂ ਤੁਹਾਨੂੰ ਸੱਚਖੰਡ ਲੈ ਕੇ ਜਾਊਂਗਾ। ਕਈਆਂ ਨੂੰ ਇਹ ਹਫ਼ਤੇ 10 ਦਿਨਾਂ ਬਾਅਦ ਕਹਿੰਦਾ ਕਿ ਇਹਨੂੰ ਆ ਮਹਾਰਾਜ ਦੇ ਦਰਸ਼ਨ ਕਰਵਾਤੇ, ਆਹ ਪਾਤਸ਼ਾਹੀ ਦੇ ਦਰਸ਼ਨ ਹੋ ਗਏ। ਮਤਲਬ ਲੋਕਾਂ ਨੂੰ ਮੈਂਟਲੀ ਡਿਸਟਰਬ ਕਰਕੇ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਸੰਗਤਾਂ ਨੂੰ ਜੋੜਨ ਲਈ ਕਿ ਤੁਸੀਂ ਮੇਰੇ ਨਾਲ ਜੁੜੋ ਤੇ ਮੈਂ ਤੁਹਾਨੂੰ ਲੈ ਕੇ ਜਾਊਂ, ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ। ਮਤਲਬ ਇਹ ਆਪਣੇ ਆਪ ਨੂੰ ਪਹਿਲਾਂ ਗੱਦੀ ਨਹੀਂ ਸੀ ਲਾਉਂਦਾ, ਜਿਵੇਂ ਸੰਗਤ ਨੇ ਕਿਹਾ ਕਿ ਉੱਪਰ ਗੱਦੀ ਲਾਈ ਜਾਂਦੀ ਹੈ, ਉੱਤੇ ਡੰਡਾ ਰੱਖਿਆ ਜਾਂਦਾ, ਉਹ ਕਹਿੰਦਾ ਡੰਡਾ ਦਰਗਾਹ ਤੋਂ ਆਇਆ, ਜਾ ਕੇ ਮਾਈਟਰ ਟੈਨ ਤੋਂ $10 ਦਾ ਮਿਲ ਜਾਂਦਾ ਤੇ ਉਹ ਰੱਖ ਕੇ ਸ਼ਰ੍ਹਾ ਕੀਤੀ। ਜੇ ਗੁਰਮਤ ਇਹ ਡੇਰਾ ਨਹੀਂ ਹੈਗਾ, ਇਹ ਜੋ ਹੈ ਇਹ ਗੁਰੂ ਘਰ ਹੈ, 6ਵੀਂ ਪਾਤਸ਼ਾਹੀ ਹੈ, ਇਹ ਡੇਰਾ ਨਹੀਂ ਹੈਗਾ। ਇੱਥੇ ਚੀਜ਼ਾਂ ਨਹੀਂ ਚੱਲ ਸਕਦੀਆਂ। ਜੇ ਤੁਹਾਡਾ ਡੇਰਾ ਹੋਵੇ, ਪਰਸਨਲ ਸਥਾਨ ਹੋਵੇ, ਹੁਣ ਇਹਨੂੰ ਕੀ ਹੈ ਕਿ ਮੈਂ ਦੱਬ ਲੈ ਇਹਨੂੰ ਕਿ ਮੈਂ ਇਕੱਲਾ ਟਰਸਟੀ ਹਾਂ, ਕਿ ਮੈਂ ਬਾਕੀਆਂ ਨੂੰ ਕੱਢ ਕੇ ਤੇ ਆਪਣਾ ਕਾਬਜ ਹੋ ਜਾ, ਜੋ ਇਹ ਕਰ ਰਿਹਾ ਵਾ ਕਿ ਮੈਂ ਆਪਣਾ ਡੇਰਾ ਚਲਾਵਾਂ। ਕਿ ਇਹ ਚੀਜ਼ਾਂ ਤੁਸੀਂ ਗੁਰੂ ਸਾਹਿਬ ਦਾ ਨਾਮ ਰੱਖ ਕੇ 6ਵੀਂ ਪਾਤਸ਼ਾਹੀ, ਜਿਹਦਾ ਕਿ ਇੱਕ ਚਿੱਤਰ ਤੱਕ ਇਹਨੇ ਅੰਦਰ ਨਹੀਂ ਲਾਇਆ, ਸਿਰਫ ਇਕੱਲਾ ਨਾਮ ਵਰਤ ਰਿਹਾ ਵਾ, ਚਿੱਤਰ ਤੱਕ ਨਹੀਂ ਅੰਦਰ ਲਾਇਆ 6ਵੀਂ ਪਾਤਸ਼ਾਹੀ ਦਾ ਕੋਈ। ਤੇ ਇਹ ਆਪਣੀ ਮਰਿਆਦਾ ਨਵੀਂ ਇੱਕ ਘੜ ਕੇ ਇੱਕ ਨਵੀਂ ਚੀਜ਼ ਤਿਆਰ ਕਰਕੇ ਪੰਥ ਤੋਂ ਵੱਖਰਾ ਕਰਕੇ ਉਹਨਾਂ ਨੂੰ ਰੱਖਦਾ ਵਾ। ਤੇ ਆਪ ਦੇ ਪ੍ਰਤੀ ਇਹ ਸਾਖੀਆਂ ਆਪ ਜੀ ਨੂੰ ਮਿਲ ਜਾਣਗੀਆਂ YouTube ਤੇ ਹੋਰ ਬਹੁਤ, ਕਿ ਲੋਕਾਂ ਨੂੰ ਫੇਕ ਸਾਖੀਆਂ ਬਣਵਾਉਣੋਂ ਆ ਕੇ ਪਾਉਂਦਾ ਕਿ ਲੋਕ ਮੈਨੂੰ ਬਾਬਾ ਮੰਗਣ। ਆਪ ਇਹ ਕਹਿੰਦਾ ਕਿ ਮੈਂ ਸਾਧੂ ਹਾਂ। ਮਤਲਬ ਇਹ ਸਾਧੂ ਇਦਾਂ ਦਾ ਪਹਿਲਾ ਵਾਰ ਦੇਖਿਆ ਜਿਹੜਾ ਲੋਕਾਂ ਦੇ ਆਪ ਮੂੰਹ 'ਚ ਪਾਉਂਦਾ ਕਿ ਮੈਨੂੰ ਸਾਧੂ ਕਹੋ। ਮਤਲਬ ਇਦਾਂ ਦੇ ਇਹ ਕੰਮ ਕਰਦਾ ਜੋ ਗੁਰਮਰਿਆਦਾ ਦੇ ਉਲਟ ਨੇ, ਜੋ ਕਿ 3-4 ਪਹਿਲਾਂ ਇੱਥੇ ਮੀਟਿੰਗਾਂ ਕਰਕੇ ਇਹਨੂੰ ਕਿਹਾ ਜਾ ਚੁੱਕਾ ਕਿ ਆਪ ਜੀ ਗੱਦੀ ਚੁੱਕੋ, ਇਹ ਡੇਰਾ ਨਹੀਂ ਹੈਗਾ, ਆਪ ਜੀ ਘਰੇ ਜਾ ਕੇ ਰੱਖੋ, ਜੋ ਮਰਜ਼ੀ ਕਰੋ ਕਿਸੇ ਨੂੰ, ਪਰ ਆਪ ਜੀ ਗੁਰੂ ਘਰ 'ਚ ਜੋ ਗੁਰਮਰਿਆਦਾ ਦੇ ਉਲਟ ਆ ਉਹ ਚੀਜ਼ਾਂ ਨਹੀਂ ਕਰ ਸਕਦੇ, ਕਿਉਂਕਿ ਗੁਰੂ ਸਾਹਿਬ ਦੇ ਆਪ ਜੀ ਇੱਕ ਤਰ੍ਹਾਂ ਨਾਲ ਸ਼ਰੀਕ ਬਣ ਕੇ ਬਹਿਨੇ ਹੋ ਫਿਰ ਉੱਥੇ, ਕਿ ਗੁਰੂ ਸਾਹਿਬ ਨਹੀਂ ਕਰ ਸਕਦੇ, ਅਸੀਂ ਕਰ ਸਕਦੇ ਹਾਂ। ਇੱਕ ਤਰ੍ਹਾਂ ਨਾਲ ਉਹ ਚੀਜ਼ ਹੋ ਜਾਂਦੀ ਹੈ ਕਿ ਅਸੀਂ ਕੈਂਸਰ ਠੀਕ ਕਰ ਸਕਦੇ ਹਾਂ, ਉਹਨਾਂ ਨੂੰ ਕਿਹਾ ਜਾਂਦਾ। ਤਾਂ ਗੁਰਮਰਿਆਦਾ ਬਿਲਕੁਲ ਉਲਟ ਨੇ, ਉਹ ਇਹ ਪ੍ਰਚਾਰੀਆਂ ਜਾਂਦੀਆਂ ਨੇ। ਤੇ ਕਾਲੂ ਪੰਥ ਦੇ ਵਿੱਚ ਆਪਾਂ ਨੂੰ ਪਤਾ ਕਿ ਪਹਿਲਾਂ ਹੀ ਬਹੁਤ ਕਈ ਨਕਲੀ ਪਖੰਡੀ ਬਾਬਿਆਂ ਨੇ ਡੇਰੇਬਾਦ ਦਾ ਸਹਾਰਾ ਲੈ ਕੇ, ਜੋ ਕਿ ਪੁਰਾਣੇ ਸਮੇਂ ਦੇ ਵਿੱਚ ਸਾਧੂ ਸੰਤ ਹੋਏ ਆ ਪੰਥ ਦੇ ਵਿੱਚ, ਉਹਨਾਂ ਦਾ ਨਾਮ ਵੇਚ ਕੇ ਬਹੁਤ ਪੰਥ ਦਾ ਆਲਰੇਡੀ ਨੁਕਸਾਨ ਕਰ ਚੁੱਕੇ ਆ, ਤੇ ਜੋ ਆਉਣ ਵਾਲੇ ਸਮੇਂ 'ਚ ਵੀ ਕਰ ਰਹੇ ਆ ਤੇ ਕਰਦੇ ਰਹਿਣਾ ਵੀ ਆ। ਪਰ ਜੋ ਸੰਗਤ ਸੁਚੇਤ ਹੋਈ ਹੈ, ਉਹਦੀ ਇਹੀ ਬੇਨਤੀ ਆ ਅਕਾਲ ਤਖਤ ਨੂੰ ਵੀ ਕਿ ਇਹ ਕੰਮ ਨੂੰ ਨੱਥ ਪਾਈ ਜਾਵੇ। ਜੋ ਇੱਥੇ ਗੁਰਮਰਿਆਦਾ ਤੋਂ ਉਲਟ ਚੀਜ਼ਾਂ ਹੁੰਦੀਆਂ ਵਾ ਉਹਨਾਂ ਨੂੰ ਹਟਾਇਆ ਜਾਵੇ। ਜਿਹੜੀ ਸੰਗਤ ਇੱਥੇ ਆ ਰਹੀ ਆ ਉਹ ਸਾਰੀ ਸੁਚੇਤ ਹੋਵੇ ਤੇ ਗੁਰੂ ਸਾਹਿਬ ਨਾਲ ਜੁੜੇ, ਨਾ ਕਿ ਕਿਸੇ ਦੇਹਧਾਰੀ ਬੰਦੇ ਨਾਲ, ਕਿਉਂਕਿ ਆਪਾਂ ਗੁਰੂ ਦੇ ਸਿੱਖ ਆ, ਨਾ ਦੇਹਧਾਰੀ ਬੰਦੇ ਦੇ। ਬੰਦਾ ਅੱਜ ਹੈਗਾ, ਕੱਲ੍ਹ ਨੂੰ ਪਤਾ ਨਹੀਂ ਰਹਿਣਾ ਕਿੱਥੇ, ਨਹੀਂ ਰਹਿਣਾ ਹੈਗਾ, ਤੇ ਕਿੱਥੇ ਆਪਾਂ ਉਹਨਾਂ ਨੂੰ ਲੱਭਦੇ ਫਿਰਾਂਗੇ। ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਨੇ, ਛੋਟੇ ਬੱਚੇ ਆ, ਉਦੋਂ ਤੱਕ ਕਿ ਕਿੱਥੇ ਬੈਠਾ ਉਹ ਸੱਚਖੰਡ ਲੈ ਕੇ ਜਾਣ ਨੂੰ, ਜਿਹਦਾ ਆਪਦਾ ਕੋਈ ਭਰੋਸਾ ਨਹੀਂ ਹੈਗਾ ਬੰਦੇ ਦਾ ਆਪਦਾ। ਇਹੀ ਕਹਿੰਦੇ ਕਿ ਸੰਗਤਾਂ ਨੂੰ ਸਾਰੀਆਂ ਕਿ ਗੁਰੂ ਸਾਹਿਬ ਨਾਲ ਜੁੜੋ, ਨਾ ਕਿ ਕਿਸੇ ਬੰਦੇ ਨਾਲ ਜੁੜੋ। ਸਾਰੇ ਗੁਰੂ ਘਰ ਇੱਕੋ ਨੇ, ਜਿੱਥੇ ਮਰਜ਼ੀ ਜਾਓ, ਆਪ ਜੀ ਬਾਣੀ ਪੜ੍ਹੋ, ਆਪ ਪੜ੍ਹੋ, ਤੁਹਾਡੇ ਨਾਲ ਵਿਤਕਰਾ ਕੀਤਾ ਜਾਂਦਾ। ਤੁਹਾਨੂੰ ਇੱਥੇ ਇਦਾਂ ਲੱਗਦਾ ਕਿ ਮਤਲਬ ਆਪ ਜੀ ਸ਼ਾਇਦ ਨਹੀਂ ਕਦੇ ਪਹਿਲਾਂ, ਮਤਲਬ ਆਪ ਜੀ ਨੂੰ ਆ ਕੇ ਲੱਗੂਗਾ ਕਿ ਸ਼ਾਇਦ ਮਤਲਬ ਕਿ ਮੈਂ ਬਹੁਤ ਵੱਡੀ ਗਲਤੀ ਕਰ ਲਈ ਹੈ। ਇਦਾਂ ਦੇ ਜਿਹੜੇ ਗੁਰਸਿੱਖਾਂ ਨਾਲ ਭੇਦਭਾਵ ਕੀਤਾ ਜਾਂਦਾ, ਜੋ ਕਿ ਨਹੀਂ ਹੈਗਾ। ਜੇ ਆਪ ਜੀ ਕੁਝ ਬੋਲੋਗੇ, ਹੁਣ ਆਹ ਗੁਰਸਿੱਖ ਨੇ ਲੰਗਰ ਤੇ ਕਿਹਾ ਸੀਗਾ ਕਿ ਆਪ ਜੀ ਨੂੰ ਲੰਗਰ ਦੀ ਮਰਿਆਦਾ ਆ, ਇਹ ਨਹੀਂ ਹੈਗੀ ਕਿ ਆਪ ਨਾ ਸ਼ੁਰੂ ਕਰੋ। ਇਹਦੇ ਨਾਲ ਪੰਥ ਦੇ ਵਿੱਚ ਬਹੁਤ ਵੱਡਾ ਵਿਵਾਦ ਖੜਾ ਹੋਣਾ, ਕਿਉਂਕਿ ਇਹ ਚੀਜ਼ਾਂ ਤਾਂ ਇਹਨਾਂ ਦੇ 2 ਥੱਪੜ ਮਾਰੇ ਗਏ ਉਸੇ ਟਾਈਮ, ਤੇ ਇਹਨਾਂ ਦੇ 2 ਥੱਪੜ ਮਾਰ ਕੇ ਇਹਨਾਂ ਨੂੰ ਰੋਕਿਆ ਗਿਆ ਕਿ ਤੂੰ ਇਹ ਕੀ ਕਹਿਣਾ ਆ, ਇੱਦਾਂ। ਮਤਲਬ ਜਿੱਥੇ ਉਹਦਾ ਧੱਕਾ ਚੱਲਦਾ ਸੀਗਾ, ਉਹਨੇ ਉਹ ਧੱਕਾ ਪਹਿਲਾਂ ਯੂਜ਼ ਕੀਤਾ ਕਿ ਮੇਰੇ ਕੋਲੇ ਪਾਵਰ ਹੈਗੀ ਆ, ਮੈਂ ਜਿਹਨੂੰ ਦਬਾ ਸਕਦਾ ਵਾਂ। ਜਿਵੇਂ ਆਪ ਗੁਰੂ ਕੇ ਸਿੱਖ ਆ, ਇਹਨਾਂ ਨੂੰ ਵੀ ਦਬਾਇਆ ਗਿਆ, ਤੇ ਜਿਵੇਂ ਹੋਰ ਵੀ ਕਈ ਸਿੱਖ ਨੇ ਗੁਰੂ ਕੇ ਸਿੱਖ ਜਿਹਨੂੰ ਪਹਿਲਾਂ ਦਬਾਇਆ ਗਿਆ, ਜਦੋਂ ਉਹਦੇ ਕੋਲੇ ਪਾਵਰ ਸੀਗੀ। ਜਦੋਂ ਸਾਰੇ ਸਿੱਖ ਇੱਕ ਦੂਜੇ ਨਾਲ ਵਿਚਾਰ ਕੀਤੀ ਵੀ ਇਹ ਵਾਕਈ ਗਲਤ ਹੋ ਰਿਹਾ, ਸਾਰੇ ਗੁਰੂ ਕੇ ਸਿੱਖ ਇਕੱਠੇ ਹੋਏ, ਉਹਨਾਂ ਨੇ ਇਹਨੂੰ ਬੇਨਤੀ ਲਾਈ, ਘੱਟੋ ਘੱਟ 6-7 ਵਾਰ ਇਹਨੂੰ ਬੇਨਤੀ ਲਾਈ ਗਈ ਆ ਵੀ ਆਪ ਜੀ ਇਹ ਕੰਮ ਬੰਦ ਕਰ ਦਿਓ। ਆਪ ਜੀ ਗੁਰੂ ਘਰ ਦਾ, ਜੋ ਗੁਰੂ ਪੰਥ ਦਾ, ਜੋ ਅਕਾਲ ਤਖਤ ਵੱਲੋਂ ਮਰਿਆਦਾ, ਉਹਦਾ ਪ੍ਰਚਾਰ ਕਰੋ। ਸਾਰੇ ਗੁਰੂ ਕੇ ਸਿੱਖ ਆਪ ਦੇ ਨਾਲ ਨੇ, ਤੇ ਅਸੀਂ ਆਪਣਾ ਮਤਲਬ ਜਾਨਾਂ ਹੁੱਲਣ ਨੂੰ ਤਿਆਰ ਹਾਂ ਚੱਕਰ। ਪਰ ਨਹੀਂ, ਉਹ ਚੀਜ਼ ਨਹੀਂ ਕੀਤੀ ਗਈ। ਇੱਕ ਆਪਦੀ ਗੁਰਵਾਈ ਚਮਕਾਉਣ ਦੇ ਲਈ ਕਿ ਅਸੀਂ ਮਤਲਬ ਇੱਕ ਆਪਣਾ, ਜਿਵੇਂ ਕਹਿੰਦਾ ਕਿ ਆਈ ਐਮ ਫਰੋਮ ਦਾ ਰੋਇਲ ਫੈਮਿਲੀ, ਐਮ ਸੈਕੰਡ ਫਰੋਮ ਗੋਡ, ਕਿ ਇਦਾਂ ਦੇ ਇਹ ਸ਼ਬਦ ਵਰਤਦਾ ਆਪਦੇ ਲਈ। ਮਤਲਬ ਇਹ ਜੋ ਚੀਜ਼ਾਂ ਨੇ, ਇਹ ਗੁਰਮਰਿਆਦਾ ਦੇ ਬਿਲਕੁਲ ਉਲਟ ਨੇ, ਜੋ ਕਿ ਪੰਥ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ।
ਜੋ ਕਿ ਸਾਹਮਣੇ ਆਈਆਂ ਨੇ। ਇੰਨਾ ਵੱਡਾ ਇਕੱਠ ਆ, ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਇਹਦੇ ਸਿੱਟੇ ਭਿਆਨਕ ਨਾ ਨਿਕਲਣ, ਤਾਂ ਇਹ ਤੇ ਅੱਜ ਹੀ ਨੱਥ ਪਾਈ ਜਾਵੇ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਮੰਗ ਪੱਤਰ ਵੀ ਭੇਜਿਆ ਜਾਊਗਾ। ਸਾਰੇ ਗੁਰੂ ਘਰਾਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਸੰਗਤ ਹਾਂ, ਸਾਡੀ ਕੋਈ ਧਿਰ ਨਹੀਂ ਹੈਗੀ, ਨਾ ਅਸੀਂ ਕੋਈ ਉਹ ਚੀਜ਼ ਦੇ ਵਿੱਚ ਹੈਗੇ ਹਾਂ, ਪਰ ਜੋ ਪੰਥ ਦੇ ਵਿੱਚ ਖਿਲਵਾੜ ਹੋ ਰਿਹਾ ਕਿ ਕੱਲ੍ਹ ਨੂੰ ਇੱਥੇ ਲੋਕਾਂ ਦੀ ਲੁੱਟ ਨਾ ਹੋਵੇ, ਤੇ ਉਹਨਾਂ ਦੀ ਇੱਕ ਆਸਥਾ ਦੇ ਨਾਂ 'ਤੇ, ਕਿਉਂਕਿ ਗੁਰੂ ਮਹਾਰਾਜ ਕਰਕੇ ਆਉਂਦੇ ਆ, ਨਾ ਕਿ ਕਿਸੇ ਬੰਦੇ ਕਰਕੇ, ਪਰ ਉਹਨਾਂ ਨੂੰ ਹੌਲੀ ਹੌਲੀ ਕਰਕੇ ਆਪਣੇ ਨਾਲ ਜੋੜ ਲਿਆ ਜਾਂਦਾ, ਨਾ ਕਿ ਗੁਰੂ ਮਹਾਰਾਜ ਕਰਕੇ। ਤੇ ਉਹਨਾਂ ਤੋਂ ਮਤਲਬ ਬਹੁਤ ਇੱਦਾਂ ਦੀਆਂ ਚੀਜ਼ਾਂ ਕਰਵਾਈਆਂ ਜਾਂਦੀਆਂ ਜੋ ਕਿ ਹੁਣ ਮੈਂ ਇੰਨੀ ਆਪਾਂ ਨੂੰ ਛੋਟੇ ਸਮੇਂ ਦੇ ਵਿੱਚ ਨਹੀਂ ਦੱਸ ਸਕਦਾ, ਪਰ ਅਸੀਂ ਚਾਹੁੰਦੇ ਹਾਂ ਕਿ ਗਿਆਨੀ ਜਥੇਦਾਰ ਸਾਹਿਬ ਅਪਰੋਚ ਕਰਨ ਸੰਗਤਾਂ ਨੂੰ, ਤੇ ਉਸ ਤੋਂ ਬਾਅਦ ਜੋ ਰਹਿੰਦੀ ਗੱਲਬਾਤ ਆ ਉਹਨਾਂ ਨੂੰ ਅਗਲੀ ਵਾਰ ਤਾਂ ਦੱਸੀ ਜਾਊਗੀ ਵੀ ਇੱਥੇ ਕੀ ਕੀ ਹੋ ਰਿਹਾ ਵਾ, ਕਿੱਦਾਂ ਕਿੱਦਾਂ ਹੋ ਰਿਹਾ, ਜੋ ਕਿ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਆ ਤੇ ਅਕਾਲ ਤਖਤ ਵੱਲੋਂ ਵੀ ਸੁਚੇਤ ਹੋ ਕੇ ਉਹ ਚੀਜ਼ਾਂ ਨੂੰ ਰੋਕਣ ਦੀ ਲੋੜ ਆ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜੋ ਸਾਡਾ ਭਵਿੱਖ ਆ, ਸਾਡੇ ਬੱਚੇ ਆ, ਉਹਨਾਂ ਦਾ ਸ਼ੋਸ਼ਣ ਨਾ ਹੋਵੇ ਤੇ ਸੰਗਤਾਂ ਬਸ ਕਰਾਹੇ ਨਾ ਤੁਰਨ, ਕਿ ਉਹ ਆਪਣੇ ਜੋ ਸਿੱਖੀ ਦਾ ਪ੍ਰਚਾਰ ਹੈ ਉਹ ਅੱਗੇ ਚੱਲਦਾ ਰਹੇ ਵਧੀਆ ਤਰੀਕੇ ਨਾਲ। ਹਾਂਜੀ, ਜਿਹੜਾ ਪਿਛਲੇ ਸਿੰਘ ਜਿਵੇਂ ਭਾਈ ਅਰਜਨ ਭਾਈ ਇਹ ਪਿਛਲੇ 12 ਸਾਲਾਂ ਦੇ ਸਿੰਘ ਜੁੜੇ ਹੋਏ ਜੀ। 10 ਨੂੰ 3-4 ਸਾਲ ਹੋਏ ਹਜੇ, ਪਰ ਇਹ 12-13 ਸਾਲਾਂ ਦੇ ਜੁੜੇ ਹੋਏ ਆ ਭਾਈ ਹੁਣੇ, ਸਾਰੇ ਪੁਰਾਣੇ ਸਿੰਘ ਹੈ ਜੀ ਸਾਰੇ। ਤੇ ਪਹਿਲਾਂ ਕੀ ਸੀ, ਇਹਨੇ ਡੈਮੋਕ੍ਰੇਸੀ ਇਹਨੇ ਡੈਮੋਕ੍ਰੇਸੀ ਆਉਣੀ ਨਹੀਂ ਦਿੱਤੀ ਕਿ ਮੈਂ ਇਕੱਲਾ ਹੀ। ਉਸ ਤੋਂ ਬਾਅਦ ਇਹੀ ਕੰਮ ਇਹਨੇ ਟਰਸਟੀਆਂ ਨਾਲ ਕੀਤਾ ਜੀ, ਬਿਨਾਂ ਦੱਸੇ ਤੋਂ ਉਹਨਾਂ ਨੂੰ ਮੀਟਿੰਗ ਕਰਕੇ ਤੇ ਸਾਰਿਆਂ ਦੇ ਸਿਗਨੇਚਰ ਲੈ ਗਏ ਆ। ਜਿਹੜੀ ਗੱਦੀ ਦੀ ਇਹ ਗੱਲ, ਉਸ ਤੋਂ ਬਾਅਦ ਸੰਗਤ ਜਦੋਂ ਸਮਾਪਤੀ ਹੁੰਦੀ ਹੈ 2 ਵਜੇ ਤੋਂ ਬਾਅਦ, ਇੱਕ ਪਹਿਰੇਦਾਰ ਇਹਦਾ ਸਿੰਘ ਖੜਦਾ ਗਾ ਥੱਲੇ, ਲਾਈਨ ਪਰ ਉਹਦਾ ਨੰਬਰ ਲਿਖਦਾ ਗਾ, ਤੇ ਮਤਲਬ 15 ਤੋਂ 20 ਫੈਮਲੀਆਂ ਨੂੰ ਇਹ ਮਿਲਦਾ ਗਾ। ਉਹ 15 ਤੋਂ 20 ਫੈਮਲੀਆਂ ਨੂੰ ਮਿਲਦਾ ਇਹ, ਤੇ ਉਹਨਾਂ ਨੂੰ ਡਰਾਉਂਦਾ, ਮਤਲਬ ਪਹਿਲਾਂ ਉਹਨਾਂ ਤੋਂ ਪੁੱਛਦਾ ਕਿ ਕੀ ਪ੍ਰੋਬਲਮ ਆ। ਹੁਣ ਕਿਹਦੇ ਘਰੇ ਪ੍ਰੋਬਲਮ ਨਹੀਂ ਹੈਗੀ ਜੀ, ਕਿਹਦੇ ਘਰੇ ਪੈਸਾ ਖੜਦਾ ਹੈ ਦੱਸੋ ਮੈਨੂੰ, ਠੀਕ ਆ। ਇਹ ਕਹਿੰਦਾ ਪੈਸਾ ਨਹੀਂ ਖੜਦਾ ਤੁਹਾਡੇ ਘਰੇ ਕਲੇਸ਼ ਰਹਿੰਦਾ, ਸਾਡੇ ਘਰੇ ਰਹਿੰਦਾ ਜੀ। ਉਸ ਤੋਂ ਬਾਅਦ ਉਹਨੂੰ ਗੁਰੂ ਦਾ ਨਾਮ ਲੈ ਕੇ ਡਰਾਇਆ ਜਾਂਦਾ। 1-2 ਪੰਕਤੀਆਂ ਇਹਨੂੰ ਆਉਣ ਲੱਗੀਆਂ, ਠੀਕ ਆ। ਸੰਥਿਆ ਨਹੀਂ ਕਿਤੋਂ ਲਈ, ਸੰਥਿਆ ਨੂੰ ਸੰਥਿਆ ਕਹਿੰਦਾ, ਠੀਕ ਆ। ਤੇ ਇਹਨੇ ਸੰਥਿਆ ਕਿਤੋਂ ਲਈ, ਗੁਰੂ ਮਹਾਰਾਜ ਦੀ 2 ਪੰਕਤੀਆਂ ਬੋਲ ਕੇ ਕਹਿੰਦਾ ਡਰ ਪੈਦਾ ਕਰਦਾ, ਬੇਸਿਕਲੀ ਡਰਾ ਕੇ ਲੋਕਾਂ ਨੂੰ। ਉਸ ਤੋਂ ਬਾਅਦ ਆਪਣੀ ਗੱਦੀ ਚਮਕਾਉਂਦਾ। ਅਸੀਂ ਦਾਸ ਨੇ ਇਹੀ ਸਵਾਲ ਪੁੱਛਿਆ ਸੀ ਕਿ ਇਹ ਜੇ ਤਾਂ ਡੇਰਾ ਗਾ, ਇੱਕ ਗੱਲ ਕਲੀਅਰ ਕਰ ਦਿਓ, ਇੱਕ ਗੁਰੂ ਦਾ ਦਰ ਹੈ ਕਿ ਡੇਰਾ। ਜੇ ਤਾਂ ਤੁਹਾਡਾ ਡੇਰਾ ਤਾਂ ਇਹਨੂੰ ਜਿਵੇਂ ਮਰਜ਼ੀ ਚਲਾਓ, ਕਿਉਂਕਿ ਫਿਰ ਆਪਣੀ ਮਰਿਆਦਾ ਬਣਾਓ, ਇੱਕ ਮਰਿਆਦਾ ਬਣਾ ਕੇ ਇੱਥੇ ਲਿਖ ਕੇ ਲਾਓ। ਸਾਨੂੰ ਚੰਗਾ ਲੱਗੂ ਆ ਜਾਊਗੀ, ਸੰਗਤ ਨੂੰ ਚੰਗਾ ਲੱਗੂ ਆ ਜਾਊਗਾ, ਸੰਗਤ ਨੂੰ ਨਹੀਂ ਚੰਗਾ ਲੱਗੂ ਨਾ ਆਊਗਾ, ਫਿਰ ਤੁਹਾਨੂੰ ਕਹਿ ਨਹੀਂ ਸਕਦੇ, ਪਰ ਗੁਰੂ ਦਾ ਨਾਮ ਨਾ ਯੂਜ਼ ਕਰੋ। ਉਸ ਤੋਂ ਬਾਅਦ ਡਰਾ ਕੇ ਉਹਨਾਂ ਨੂੰ ਕਹਿਣਾ ਕਿ ਹੁਕਮਨਾਮਾ ਸਾਹਿਬ ਲਓ। ਬਈ ਹੁਕਮਨਾਮਾ ਸਾਹਿਬ ਇੱਦਾਂ ਛਿੱਤਰ ਦੇ ਜੋਤ ਤੇ ਨਹੀਂ ਲੈ ਜਾਂਦਾ, ਉਹ ਮਹਾਰਾਜ ਜਦੋਂ ਚਾਹਣ ਉਦੋਂ ਦੇਣਗੇ। ਔਰ ਹੁਕਮਨਾਮਾ ਸਾਹਿਬ ਇੱਕ ਹੀ ਹੁੰਦਾ, ਜਿਹੜਾ ਸਵੇਰੇ ਦਰਬਾਰ ਸਾਹਿਬ ਤੋਂ ਆਪਣੇ ਤਖਤ ਤੋਂ ਆਉਂਦਾ ਨਾ, ਜੇ ਮੰਨਿਆ ਜਾਵੇ ਤਾਂ ਹੁਕਮਨਾਮਾ ਸਾਹਿਬ ਉਹੀ ਆ। ਪਰ ਜੇ ਠੀਕ ਆਪਾਂ ਪ੍ਰਕਾਸ਼ ਕਰਦੇ ਹਾਂ ਉਦੋਂ ਹੁਕਮਨਾਮਾ ਆਉਂਦਾ, ਉਹ ਆਪਣੀ ਰੀਤ ਹੈ ਇੱਕ, ਠੀਕ ਆ। ਉਸ ਤੋਂ ਡਰਾਇਆ ਜਾਂਦਾ, ਉਹਦੇ ਆਪਣੇ ਹਿਸਾਬ ਨਾਲ ਜਿਹੜਾ ਵੀ ਹੁਕਮਨਾਮਾ ਆਉਂਦਾ ਉਹਦੇ ਆਪਣੇ ਹਿਸਾਬ ਨਾਲ ਵੀ ਸੰਗ ਨੂੰ ਉਹਦੇ ਅਰਥ ਕੀਤੇ ਜਾਂਦੇ ਆ, ਉਹ ਡਰਾਇਆ ਜਾਂਦਾ। ਔਰ ਮੋਸਟਲੀ 80% ਬੰਦਿਆਂ ਨੂੰ ਇਹਨੇ ਇਹ ਕਿਹਾ ਜਾਂਦਾ ਕਿ ਅਖੰਡ ਪਾਠ ਸਾਹਿਬ ਕਰਾਓ, ਪਰ ਅਖੰਡ ਪਾਠ ਸਾਹਿਬ ਕਰਾਓ ਉਹਨੇ ਨਹੀਂ ਦੇਖਣਾ ਕਿ ਮਾਇਆ ਕਿੱਥੋਂ ਆਉਂਦੀ ਹੈ। ਤੁਹਾਡਾ ਜੂਏ ਦਾ ਕੰਮ ਆ, ਤੁਹਾਡਾ ਮੀਟ ਦਾ ਕੰਮ ਆ, ਤੁਹਾਡਾ ਕਾਹਦਾ ਕੰਮ ਆ, ਤੁਸੀਂ ਮਾਇਆ ਦੇ ਸਕਦੇ ਹੋ ਪਰ ਪੜ੍ਹ ਨਹੀਂ ਸਕਦੇ। ਸਾਹਿਬ ਦਾ ਵਿਚਾਰ ਨਹੀਂ, ਉਹਨਾਂ ਨੇ ਸੇਵਾ ਨਹੀਂ ਕਰ ਸਕਦੇ। ਇੱਥੇ ਹੁਣ ਆਪਾਂ ਇੰਨੇ ਆਪਾਂ ਇੱਦਾਂ ਹੀ ਤੁਰ ਕੇ ਆ ਗਏ ਭਾਜੀ। 12 ਸਾਲਾਂ ਦੀ ਤਿਆਰੀ ਤੁਰਕੀ ਹੋਈ ਆ, ਉਹ ਅੱਜ ਬਲਾਸਟ ਹੋਇਆ ਇੱਥੇ, ਠੀਕ ਹੈ। ਸਾਨੂੰ ਸਾਡਾ ਵੀ ਹਿਰਦਾ ਬਲੁੰਦ ਰਹਿ ਗਿਆ ਕਿ ਬੰਦਾ ਜਿਹਦਾ ਕੋਈ ਯੋਗਦਾਨ ਹੀ ਹੈ ਨਹੀਂ, ਇਹਨੇ ਆਪਣੀ ਜੇਬ ਚੋਂ ਪੰਜੀ ਨਹੀਂ ਪਾਈ। ਜਿਹੜੇ ਕਹਿੰਦੇ ਆ ਕਿ ਟਰੱਕ ਵੇਚ ਕੇ ਲਾਇਆ, ਉਹ ਬੜਾ ਹੀ ਵੱਡੀ IRD ਦੀ ਘਪਲਾ ਹੋਇਆ। ਟਰੱਕ ਵੇਚ ਕੇ ਲਾਇਆ, ਉਹਦਾ ਟੈਕਸ ਬਚਾਇਆ, 30% ਹੋਰ ਉੱਪਰ ਲਏ ਆ, ਜਿਹੜਾ ਕਿ ਰਿਟਨ ਪ੍ਰੂਫ ਵੀ IRD ਤੋਂ ਆਪਾਂ ਲੈ ਸਕਦੇ ਹਾਂ ਜ਼ਰੂਰਤ ਪੈਣ 'ਤੇ। ਹੋਰ ਬੜੇ ਬੇਤਰਾਂ ਦੇ। ਉਸ ਤੋਂ ਬਾਅਦ ਡਰਾਇਆ ਜਾਂਦਾ, ਡਰਾ ਕੇ ਆਪਣਾ ਨਾਮ ਚਮਕਾਇਆ ਜਾਂਦਾ। ਜਿਹੜੇ ਮਾਰਕੀਟਿੰਗ ਹੈ ਸਾਰੀ ਇਹ ਟੀਪੁੱਕੀ ਦੀ ਸੰਗਤ, ਹੈਮਿਲਟਨ ਦੀ ਸੰਗਤ, ਉੱਥੇ ਸਿਰਫ ਮਾਰਕੀਟਿੰਗ ਏਜੰਟ ਸਾਡੇ ਹੋਏ। ਜਿਹੜਾ ਬੰਦਾ ਨਵਾਂ ਗਾ ਸ਼ਹਿਰਦਾਰੀ ਆ ਉਹਨੂੰ ਬਿਠਾਇਆ ਜਾਂਦਾ, ਇਹਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਜਿਹੜੀਆਂ ਕਿ ਫੇਕ ਆ। ਦਾਸ ਦੀ ਇੱਕ ਸਾਖੀ ਬਣਾਈ ਗਈ ਆ, ਮੈਂ ਸੰਗਤ ਦੇ ਵਿੱਚ ਨਹੀਂ ਇਸ ਤਰ੍ਹਾਂ ਦੱਸ ਸਕਦਾ, ਪਰ ਜੇ ਕਹੋ ਤਾਂ ਮੈਂ ਰਿਟਨ ਸਟੇਟਮੈਂਟ ਦੇਣ ਵਾਸਤੇ ਤਿਆਰ ਹਾਂ, ਜਿਹਦਾ ਕਿ ਰਿਟਨ ਪ੍ਰੂਫ ਪਿਆ ਮੇਰੇ ਕੋਲ, ਤੇ ਜਿਹਦਾ ਕਿ ਮੇਰੇ ਪਰਿਵਾਰ ਦਾ ਇਹਨੇ ਖਿਲਵਾੜ ਕੀਤਾ। ਉਸ ਦੇ ਵਿੱਚ ਵੀ ਅਸੀਂ ਜੇ ਮੈਂ ਚਾਹੁੰਦਾ ਤਾਂ ਇਹਦੇ ਮੈਂ ਜੋ ਵੀ ਕਰ ਸਕਦਾ ਸੀ, ਪਰ ਆਹ ਸਿੰਘ ਖੜੇ ਆ 10 ਸਿੰਘ ਮੈਂ ਨਾਲ ਲੈ ਕੇ ਆਇਆ। 10 ਸਿੰਘਾਂ ਨਾਲ ਕਿ ਚਲੋ ਵਿਚਾਰ ਕੀਤੀ ਜਾਵੇ ਇਸ 'ਤੇ। ਇਹ ਬੰਦਾ ਸਾਫ਼ ਮੁੱਕਰ ਗਿਆ ਤੇ ਮੈਨੂੰ ਕਹਿੰਦਾ ਜੋ ਮਰਜ਼ੀ ਕਰ, ਠੀਕ ਆ। ਤੇ ਕਿਉਂਕਿ ਡਾਇਰੈਕਟਰਸ਼ਿਪ ਇਹਦੇ ਨਾਲ ਦੇ 4 ਬੰਦੇ ਆ ਜਿਹੜੇ ਉਹਨਾਂ ਨੂੰ ਨਾਲ ਰੱਖਦਾ ਗਾ। ਤੇ ਜਿਵੇਂ ਹੁਣ ਉਹੀ ਹੈ, ਗੱਦੀ ਦਾ ਸਵਾਲ ਹੋ ਗਿਆ। ਗੱਦੀ ਦਾ ਸਵਾਲ ਇਹ ਸਹੀ ਹੈ ਜੀ ਸਾਰਿਆਂ ਦਾ ਸੰਗਤ ਦਾ। ਅੰਮ੍ਰਿਤ ਸੰਚਾਰ ਦੀਆਂ ਧੱਜੀਆਂ ਇਹਨੇ ਉਡਾਈਆਂ ਨੇ। ਜਿਹੜਾ ਅੰਮ੍ਰਿਤ ਸੰਚਾਰ ਦੀ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਬਾਟਾ ਪਹਿਲਾਂ ਨਹੀਂ ਤਿਆਰ ਹੋ ਸਕਦਾ, ਸੰਗਤ 'ਚ ਹੁੰਦਾ ਉਹ ਕਰਦਾ। 5 ਸਿੰਘਾਂ ਤੋਂ ਜਿਹੜੀ ਮਰਿਆਦਾ ਗੁਰੂ ਦੀ ਇਹ ਆ ਕਿ 5 ਸਿੰਘਾਂ ਕੋਲੇ ਜਿਹੜੀ ਵੀ ਕਿਸੇ ਤੋਂ ਕੁਰੈਤ ਹੋਈ ਆ ਜਾਂ ਜੋ ਵੀ ਕਿਸੇ ਦੀ ਗਲਤੀ ਹੋਈ ਹੈ ਜੀ, ਉਹ 5 ਸਿੰਘਾਂ ਨੂੰ ਦੱਸਣੀ ਆ। ਪਰ ਇਹ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਕਿ 5 ਸਿੰਘ ਕਿਸੇ ਕੋਲ ਵੀ ਨਹੀਂ ਕਰ ਸਕਦੇ। ਪਰ ਇਹ ਉਹਨਾਂ ਤੋਂ ਇਹ ਉਹਨਾਂ ਤੋਂ ਪੁੱਛਦਾ, ਉੱਥੋਂ ਉਹਨਾਂ ਦੇ ਪਰਿਵਾਰਾਂ ਦੇ ਵੀਕ ਪੁਆਇੰਟ ਲੈਂਦਾ ਜੀ, ਉਹਨਾਂ ਨੂੰ ਬਲੈਕਮੇਲ ਕਰਦਾ ਜੀ। ਔਰ ਅਖੰਡ ਪਾਠ ਸਾਹਿਬ ਦੇ ਵਿੱਚ ਰਿਟਨ ਇਹ ਕਿਤੇ ਨਹੀਂ ਦਿੱਤਾ ਹੋਇਆ ਕਿ 5000 ਦੀ ਸੇਵਾ ਲਓ, ਪਰ ਇਹ ਡਿਸਾਈਡ ਕਰਦਾ ਕਿ ਬੰਦੇ ਕੋਲੇ ਬੰਦੇ ਦਾ ਕੰਮ ਕੀ ਹੈ ਜੀ, ਹੈ ਨਾ। ਉਸ ਹਿਸਾਬ ਨਾਲ ਉਹ ਅਖੰਡ ਪਾਠ ਦੀ ਭੇਟਾ ਡਿਸਾਈਡ ਕਰਦਾ ਜੀ।
ਅਖੰਡ ਪਾਠ 2 ਰੱਖਣ ਦਾ ਕਾਰਨ ਇਹ ਹੈ ਜੀ, ਇੱਕ ਅਖੰਡ ਪਾਠ ਵੀ ਹੋ ਸਕਦਾ ਜਿਹੜਾ ਕਿ ਮਰਿਆਦਾ ਨਾਲ ਹੋਊਗਾ। ਸਿੰਘ ਨਹੀਂ ਹੁੰਦੇ, ਸਿੰਘ ਨੀਂਦਰੇ ਰੌਲਾ ਲਾਉਂਦੇ ਆ, ਅੱਧੇ ਸੁੱਤੇ ਰਹਿੰਦੇ ਆ ਰਾਤ ਨੂੰ ਜੀ। 2 ਲਾਉਣ ਦਾ ਇਹੀ ਕਾਰਨ ਹੈ ਕਿ ਜਿਵੇਂ ਤੁਹਾਡਾ ਤੇ ਮੇਰਾ ਹੋਇਆ ਅਖੰਡ ਪਾਠ ਸਾਹਿਬ, ਲੰਗਰ ਤਾਂ ਸੰਗਤ ਤੋਂ ਹੀ ਆਉਣੀ ਆ, ਇੱਕ ਦਾ ਖਰਚਾ ਕਰਾ ਲਿਆ, ਦੂਜੇ ਦੇ ਪੋਕਟ 'ਚ ਪਾ ਲਿਆ ਜੀ, ਠੀਕ ਆ। ਉਸ ਤੋਂ ਬਾਅਦ ਬਾਣੀ ਨਹੀਂ ਪੜ੍ਹਨੀ, ਫਿਰ ਜਦੋਂ ਇਹੀ ਕੰਟੀਨਿਊ ਚੱਲਣਾ, ਕਹਿਣਾ ਕਿ ਲੰਗਰ ਵੀ ਅਖੰਡ ਪਾਠ ਸਾਹਿਬ ਕਰਾਓ। ਇੰਨੇ ਜਾਣੇ ਖੜੇ ਆ, ਜਿਹੜਾ ਵੀ ਸਹਿਜਧਾਰੀ ਆ ਪਤਾ ਲੱਗ ਜੂ। ਅੱਜ ਤਾਂ ਸ਼ਾਇਦ ਤੁਹਾਨੂੰ ਹੱਥ ਲਾਉਣ ਦੇ ਦੇਣ ਬਾਲਟੀ ਨੂੰ, ਕਿਉਂਕਿ ਇੰਨਾ ਜਲੂਸ ਨਿਕਲ ਗਿਆ। ਕਿਸੇ ਦਿਨ ਫੇਰ ਆਇਓ, ਹੱਥ ਲਾ ਕੇ ਦਿਖਾਇਓ ਬਾਲਟੀ ਨੂੰ। ਉਹ ਬਾਲਟੀ ਭਰੀ ਹੋਈ ਜਿਹੜੀ, ਉਹ ਬਾਲਟੀ ਕੁਛ ਬਣਿਆ ਹੋਵੇ, ਪਰ ਉਹ ਸੰਗਤ ਦਾ ਦਸਵੰਧ ਆਈ ਅੱਜ। ਉਹ ਸੰਗਤ ਨੇ ਕੀ ਪਤਾ ਕਿਵੇਂ ਔਖੇ ਹੋ ਕੇ ਪੈਸੇ ਦਿੱਤੇ, ਉਹ ਬਾਲਟੀ ਬਿੰਨ 'ਚ ਜਾਊਗੀ, ਸਿਰਫ ਇਹਨਾਂ ਦੀ ਆਪਣੀ ਮਰਿਆਦਾ ਨਾਲ। ਤੁਸੀਂ ਪਾਣੀ ਦੀ ਬੋਤਲ ਨੂੰ ਹੱਥ ਲਾਤਾ, ਇਹਨਾਂ ਦੇ ਗਲਾਸ ਨੂੰ ਹੱਥ ਲਾਤਾ, ਉਹ ਪੀਣਾ ਨਹੀਂ ਇਹਨਾਂ ਨੇ, ਪਿੱਟਿਆ ਗਿਆ। ਤੇ ਜੇ ਬਾਣੀ ਮਹਾਰਾਜ ਕਹਿੰਦੇ ਜੇ ਤੁਸੀਂ ਨਿਤਨੇਮੀ ਹੋ ਨਾ, 5 ਬਾਣੀ 7 ਬਾਣੀਆਂ ਦੀ ਤੁਸੀਂ ਨਿਤਨੇਮੀ ਕਰਦੇ ਹੋ, ਤੇ ਕਿਸੇ ਦਾ ਹੱਥ ਲਾਇਆ, ਨਿਗੋਰੇ ਦੇ ਹੱਥ ਲਾਏ ਨਾਲ ਤੁਸੀਂ ਪਿੱਟੇ ਨਹੀਂ ਜਾਂਦੇ। ਬਾਣੀ 'ਚ ਇੰਨੀ ਪਾਵਰ ਨਹੀਂ ਹੈ ਕਰਦੇ ਜੀ। ਤੇ ਆਪਾਂ ਚਲੋ ਵੀਡੀਓ ਨੂੰ ਜੇ ਆਪਾਂ ਸਮਾਪਤ ਕਰੀਏ ਇੱਥੇ, ਤੇ ਹੁਣ ਜਿਹੜੀ ਸੰਗਤ ਤੁਹਾਡੇ ਨਾਲ ਹੈਗੀ ਹੈ, ਜਾਂ ਸੰਗਤ ਅੰਦਰ ਗੁਰਦੁਆਰਾ ਸਾਹਿਬ ਵਿੱਚ ਵੀ ਹੈਗੀ ਹੈ, ਸੋ ਜਿਹੜਾ ਅਗਲਾ ਸਟੈਪ ਕੀ ਹੋਊਗਾ ਸੰਗਤ ਦਾ? ਸੋ ਅੱਗੇ ਆਪਾਂ ਕੀ ਦੇਖਦੇ? ਅਗਲਾ ਸਟੈਪ ਇਹੀ ਹੈ ਜੀ, ਸੰਗਤ ਨਾਲ ਬੈਠ ਕੇ ਵਿਚਾਰ ਕੀਤਾ ਜਾਊਗਾ ਕਿ ਅੱਜ ਦਾ ਕੀ ਛਿੱਟਾ ਕੱਢਿਆ। ਨਤੀਜਾ ਉਹੀ ਆ ਕਿ ਸੰਗਤ ਦੇ ਸਵਾਲ ਦਾ ਜਵਾਬ ਦੇਵੇ, ਡਿਟੈਕਟਰਸ਼ਿਪ ਬੰਦ ਕਰੇ, ਐਜ਼ ਅ ਨੋਰਮਲ ਪਰਸਨ, ਜਿਵੇਂ ਬਾਕੀ ਟਰਸਟੀਆਂ ਨੂੰ ਜਿੰਨੀ ਪਾਵਰ ਆ ਉਨੀ ਪਾਵਰ ਨਾ ਰਹੇ, ਗੁਰੂ ਮਰਿਆਦਾ ਨੂੰ ਲਾਗੂ ਕਰੇ, ਠੀਕ ਆ। ਡੇਰਾਬਾਦ ਜਿਹੜੀ ਹੈਗੀ ਹੈ ਗੱਦੀ ਚੱਕੇ, ਡੇਰਾਬਾਦ ਬੰਦ ਚੱਕੇ। ਜੇ ਕੋਈ ਕਿਸੇ ਨੂੰ ਫੋਟੋ ਤੇ ਇਤਰਾਜ਼ ਆ ਜਾਂ ਕੁਛ ਨੂੰ ਲੰਗਰ ਤੇ ਇਤਰਾਜ਼ ਆ, ਉਹਨੂੰ ਸੰਗਤ ਦੇ ਵਿੱਚ ਬੈਠ ਕੇ ਵਿਚਾਰੇ। ਸਾਨੂੰ ਕੋਈ ਇਤਰਾਜ਼ ਨਹੀਂ ਸੀ, ਜੇ ਸਾਨੂੰ ਇਦਾਂ ਆਹੀ ਕੰਮ ਪਹਿਲਾਂ ਕਰਨਾ ਤਾਂ ਅਸੀਂ ਬਹੁਤ ਟਾਈਮ ਪਹਿਲਾਂ ਕਰ ਦਿੰਦੇ। ਇਹਨੂੰ ਮੌਕੇ ਦਿੱਤੇ ਆ, 4-5 ਮੌਕੇ ਦਿੱਤੇ ਆ। ਜਿਹੜਾ ਸਭ ਤੋਂ ਵੱਡਾ ਮੌਕਾ ਜਿਵੇਂ ਦੱਸਿਆ 8 ਘੰਟਿਆਂ ਦੀ ਮੀਟਿੰਗ ਦਾ ਦਿੱਤਾ ਗਿਆ ਜੀ, ਉਹਦਾ ਕਾਰਨ ਇਹੀ ਸੀ ਕਿ ਕਿਸੇ ਹਿਸਾਬ ਨਾਲ ਸੁਲਝਿਆ ਜਾਵੇ। ਦਾਸ ਨੇ ਆਪਣੀ ਦਸਤਾਰ ਲਾ ਕੇ ਇਹਦੇ ਪੈਰਾਂ 'ਚ ਰੱਖਤੀ ਸੀਗੀ ਜੀ, 70 ਸਾਲ ਦਾ ਬਜ਼ੁਰਗ ਦਸਤਾਰ ਲਾ ਕੇ ਇਹਦੇ ਪੈਰਾਂ 'ਚ ਰੱਖਣ ਵਾਸਤੇ ਤਿਆਰ ਸੀ, ਤਾਂ ਕਿ ਮਸਲਾ ਸੁਲਝ ਜਾਵੇ। ਬਦਨਾਮ ਕੀ ਹੋਇਆ? ਗੁਰੂ ਦਾ ਦਰ ਬਦਨਾਮ ਹੋਇਆ ਜੀ, ਇਸ ਬੰਦੇ ਦੇ ਕਾਰਨ, ਇੱਕ ਬੰਦੇ ਦੇ ਕਾਰਨ। ਸਾਨੂੰ ਕੋਈ ਖੁਸ਼ੀ ਨਹੀਂ ਹੈਗੀ ਅੱਜ ਇੱਥੇ ਆਏ ਆ। ਜਿਹੜੇ 2 ਹਫ਼ਤੇ ਪਹਿਲਾਂ ਅਸੀਂ ਵੀ ਉੱਥੇ ਜਾ ਕੇ ਖੜਕਾਲਾਂ ਵਜਾਉਂਦੇ ਹੁੰਦੇ ਸੀ, ਉਹ ਅੱਜ ਅਸੀਂ ਇੱਥੇ ਮੀਂਹ 'ਚ ਖੜੇ ਆ, ਨਿੱਕੇ ਨਿੱਕੇ। ਆ ਆਪਣੇ ਬੱਚਿਆਂ ਦੀ ਖਾਤਰ ਕੱਲ ਨੂੰ ਸਾਡੇ ਤੋਂ ਸਵਾਲ ਪੁੱਛਣਗੇ ਕਿ ਪਹਿਲਾਂ ਗੱਦੀ ਤੁਸੀਂ ਲਵਾਈ ਆ ਜੀ, ਫਿਰ ਕੱਲ ਨੂੰ ਅਸੀਂ ਸਵਾਲ ਨਹੀਂ ਕਰ ਸਕਦੇ। ਸੰਗਤ ਨੂੰ ਇਹੀ ਸੰਗਤ ਨੂੰ ਅਪੀਲ ਆ ਕਿ ਜਿਵੇਂ ਭਾਈ ਸਾਹਿਬ ਨੇ ਕਿਹਾ, ਗੁਰੂ ਨਾਲ ਜੁੜੋ, ਦੇਹ ਨਾਲ ਨਾ ਜੁੜੋ, ਆਪ ਬਾਣੀ ਪੜ੍ਹੋ, ਘਰੇ ਪ੍ਰਕਾਸ਼ ਕਰੋ, ਘਰੇ ਪੋਥੀਆਂ ਲਿਜਾ ਕੇ ਪੜ੍ਹੋ, ਜਿੰਨਾ ਪੜ੍ਹ ਸਕਦੇ ਹੋ। ਅਕਾਲ ਤਖ਼ਤ ਸਾਹਿਬ ਨੂੰ ਇਹੀ ਫਰਿਆਦ ਆ ਸਾਡੀ, ਦੁੱਖੜਾ ਰੋਨੇ ਆ ਅਸੀਂ ਅਕਾਲ ਤਖ਼ਤ ਦੇ ਅੱਗੇ ਕਿ ਸਾਡੀ ਫਰਿਆਦ ਸੁਣੀ ਜਾਵੇ। ਬਾਕੀ ਜੋ ਵੀ ਜਿਹੜਾ ਰਾਈਟਿੰਗ ਦੇ ਵਿੱਚ ਇੰਪਲੀਮੈਂਟ ਜਿਹੜਾ ਭੇਜਣਾ, ਅਕਾਲ ਤਖ਼ਤ ਨੂੰ ਵੀ ਭੇਜਾਂਗੇ। ਜਿਹੜੀਆਂ ਬਾਕੀ ਸੰਪਰਦਾਵਾਂ ਨੇ, ਜਿਨ੍ਹਾਂ ਦਾ ਨਾਮ ਯੂਜ਼ ਕਰਿਆ ਇਹਨਾਂ ਨੇ, ਸੰਤਾਂ ਨੂੰ ਮੰਦੀ ਸ਼ਬਦਾਵਲੀ, ਭੱਦੀ ਸ਼ਬਦਾਵਲੀ ਬੋਲਿਆ, ਸੰਤਾਂ ਦਾ ਸੰਤ ਜਰਨੈਲ ਸਿੰਘ ਨੂੰ ਨਰਕਾਂ 'ਚ ਪਹੁੰਚਾਇਆ ਇਹਨਾਂ ਨੇ ਕਿ ਸੱਪ ਦੀ ਜੂਨੀ 'ਚ ਪਏ ਆ। ਇਹ ਕੌਣ ਹੁੰਦੇ ਆ? ਇਹਨਾਂ ਨੂੰ ਆਪਣਾ ਪਤਾ ਕੱਲ ਨੂੰ ਕਿਹੜੀ ਜੂਨੀ 'ਚ ਪੈਣਾ, ਠੀਕ ਹੈ। ਇਹਨਾਂ ਨੂੰ ਹੁਣ ਜਿਹੜੇ ਬਣੇ ਹੋਏ ਸੀ, ਜਿਹੜੇ ਮੁਕਤੀ ਕਰਦੇ ਆ, ਸਿੰਘ ਦੀ ਸਿਰ ਤੇ ਹੱਥ ਰੱਖ ਕੇ ਮੁਕਤੀ ਕਰਤੀ, ਕਹਿਣਾ ਗਿਆ ਹੁਕਮਨਾਮਾ ਆਇਆ, ਇਹਨੂੰ ਇਹ ਨਹੀਂ ਪਤਾ ਸੀ 15 ਦਿਨਾਂ ਬਾਅਦ ਮੇਰਾ ਜਲੂਸ ਨਿਕਲਣਾ। ਠੀਕ, ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੇ ਅਗਲੀ ਅਪਡੇਟ ਜੋ ਵੀ ਤੁਹਾਡੇ ਵੱਲੋਂ ਹੋਗੀ ਉਹ ਸਾਡੇ ਤੱਕ ਜ਼ਰੂਰ ਪਹੁੰਚਾਇਓ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਾਂਗੇ। ਧੰਨਵਾਦ ਜੀ।